ਜਾਣੀ ਕਿ MLA ਹੁੰਦੇ ਤਨਖਾਹ ਚੋਂ ਪੈਸੇ ਕਟਾਉਣਗੇ ਤਾਂ ਪੈਨਸ਼ਨ ਮਿਲਣੀ। हाँ बिल्कुल, ਜੇ ਨਹੀਂ ਕਟਾਉਂਦੇ ਤਾਂ ਨਹੀਂ ਮਿਲਣੀ। कि एक MP ਨੂੰ ਵੈਲਫੇਅਰ ਤੇ ਜਾਣਾ ਪਿਆ, ਸੋਸ਼ਲ ਸਰਵਿਸਿਜ਼ ਦੀ ਜਿਹੜੀ ਮਿਲਦੀਆਂ ਇੱਥੇ, ਜਿਹੜੀਆਂ ਪਾਵਰਟੀ ਵਾਲੇ ਲੋਕਾਂ ਨੂੰ ਮਿਲਦੀਆਂ। ਹਾਂਜੀ, ਇਹਦਾ ਮਤਲਬ ਇਹ ਹੈ ਕਿ ਇੱਕ ਹੋ ਸਕਦਾ ਕਿ ਇੱਕ ਸਾਬਕਾ MP ਵੀ ਉੱਥੇ ਹੀ ਕੰਮ ਕਰਦਾ ਹੋਵੇ ਤਾਂ ਸਾਬਕਾ MLA ਵੀ ਉੱਥੇ ਹੀ ਕੰਮ ਕਰਦਾ ਹੋਵੇ। ਬਿਲਕੁਲ ਜੀ, ਪੋਸੀਬਲ ਹੈ। ਜਾਂ ਕੋਈ ਟਿਕਟ ਮਿਲ ਰਿਹਾ, ਤੁਸੀਂ ਫੋਨ ਕਰ ਦਿਓ ਜੀ ਮੈਂ ਫਲਾਣੇ ਦਾ ਫਲਾਣਾ, ਤੇ ਤੁਹਾਨੂੰ ਪੁਲਿਸ ਵਾਲੇ ਵੀ ਛੱਡ ਦਿੰਦੇ ਨੇ ਸੜਕ ਦੇ ਨਾਲ ਜੇ ਟਿਕਟ ਮਿਲ ਰਿਹਾ ਜੀ। ਇੱਥੇ MLA MPਆਂ ਨੂੰ ਵੀ ਟਿਕਟ ਦੇ ਜਾਂਦੇ ਨੇ ਪੁਲਿਸ ਵਾਲੇ। ਠੀਕ ਹੈ, ਆਪਾਂ ਕਰੋੜਪਤੀ ਵੀ ਹੈਗੇ ਆ, ਪਰ ਫਿਰ ਵੀ ਸਰਕਾਰਾਂ ਨੂੰ ਸਹੂਲਤਾਂ ਸਾਰੀਆਂ ਚਾਹੀਦੀਆਂ ਤੇ ਉਹਨਾਂ ਦੇ ਵਿੱਚ ਵਾਧਾ ਵੀ ਚਾਹੀਦਾ। ਅਸੀਂ ਜੇ ਖੇਤੀਬਾੜੀ ਵੀ ਕਰਦੇ ਆ ਤਾਂ ਸਾਨੂੰ ਬਿਜਲੀ ਦੇ ਬਿੱਲ ਮਾਫ ਚਾਹੀਦੇ ਆ। ਪਰ ਇੰਡੀਆ ਵਾਂਗੂ ਫੋਨ ਕਰਕੇ ਇਹਨੂੰ ਛੱਡ ਦਿਓ, ਇਹਨੂੰ ਫੜ ਲਓ, ਇਹ ਤੇ ਕੇਸ ਪਾ ਦਿਓ, ਇਹ ਤੇ ਆਹ ਕਰ ਦਿਓ, ਇਦਾਂ ਨਹੀਂ ਕਰ ਸਕਦੇ। ਇੱਥੇ ਕਿੰਨਾ ਕੁ ਵਧੀਆ ਕੰਮ ਹੈ, ਜਾਣੀ ਇੱਕ ਟੈਲੀਫੋਨ ਦੇ ਉੱਤੇ ਕਿੰਨੀਆਂ ਕੁ ਬਦਲੀਆਂ ਹੋ ਜਾਂਦੀਆਂ। ਇੱਥੇ ਜਿਹੜੇ MLA MPs ਨੇ ਉਹ ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ 'ਚ ਇੰਟਰਫੀਅਰ ਨਹੀਂ ਕਰਦੇ, ਉਹਨਾਂ ਦੀ ਡਾਇਰੈਕਟ ਇਨਵੋਲਵਮੈਂਟ ਬਿਲਕੁਲ ਨਹੀਂ ਹੈ। ਇਸੇ ਤਰ੍ਹਾਂ ਹੀ ਹੋਰ ਵੀ ਕਿਤੇ ਵੀ ਕੋਈ ਫੰਕਸ਼ਨ ਹੁੰਦਾ, ਕੋਈ ਇਵੈਂਟ ਹੁੰਦੀ ਹੈ, MLA ਜਾਂ MP ਉਹਦੇ 'ਚ ਪੈਸੇ ਗਵਰਨਮੈਂਟ ਦੇ ਬਿਹਾਫ ਤੇ ਆਪ ਨਹੀਂ ਕੰਟਰੀਬਿਊਟ ਕਰ ਸਕਦੇ। 5 ਲੱਖ ਦਿੱਤਾ ਜੀ, 4 ਲੱਖ ਦਿੱਤਾ ਜੀ, ਇਦਾਂ ਕੁਝ ਨਹੀਂ ਹੋ ਸਕਦਾ। ਨਹੀਂ, ਪਰ ਜਿਹੜੇ ਆਮ MLA ਨੇ ਜਾਂ ਆਮ MPs ਨੇ ਜਾਂ ਸੈਨੇਟਰਸ ਨੇ ਉਹਨਾਂ ਨੂੰ ਕਾਰਾਂ ਨਹੀਂ ਮਿਲਦੀਆਂ। ਜੇ ਇੱਥੇ ਕਾਰ ਨਹੀਂ ਮਿਲਦੀ ਤੇ ਇਹਦਾ ਮਤਲਬ ਕਿ ਬੱਸ ਦੇ ਵਿੱਚ ਸਫ਼ਰ ਕਰਦੇ ਹੋਣਗੇ ਕਦੀ-ਕਦੀ। ਅਦਰਵਾਈਜ਼ ਨਾਰਮਲੀ ਜਨਰਲ ਸਰਕਮਸਟੈਂਸਸ ਕੋਈ ਸੁਰੱਖਿਆ ਕਰਮਚਾਰੀ ਨਹੀਂ ਮਿਲਦੇ, ਸੋ ਉਹਨਾਂ ਨੂੰ ਲਿਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਇੱਥੇ ਤਾਂ ਜਿਹੜੇ ਬੰਦੇ ਪਾਰਟੀ ਨਾਲ ਜੁੜੇ ਆ ਉਹਨਾਂ ਨੂੰ ਤਾਂ ਫਿਰ ਜੇ MLA ਕੋ ਘਰ ਹੈ ਨਹੀਂ, ਉਹ ਰੱਖਣੇ ਕਿੱਥੇ ਆ? ਹਾਂ ਬਿਲਕੁਲ ਜੀ, ਉਹਨਾਂ ਨੂੰ ਕੋਈ ਐਂਟਰਟੇਨਮੈਂਟ ਕਰਨ ਦਾ ਕੋਈ ਸਾਧਨ ਹੈ ਨਹੀਂ। ਸਾਧਨ ਹੈ ਨਹੀਂ। ਹਾਂਜੀ, ਲੋਕ ਆਉਂਦੇ ਸੀ ਤੇ ਲੋਕ ਤੁਹਾਡੇ ਮੂੰਹ ਦੇ ਉੱਤੇ ਖੜ ਕੇ ਸਿੱਧੇ ਸਵਾਲ ਪੁੱਛਦੇ ਸੀਗੇ, ਤੁਸੀਂ ਕੀਤਾ ਕੀ ਆ, ਇਸ ਇਸ਼ੂ ਤੇ ਤੁਹਾਡੀ ਕੀ ਪੋਜੀਸ਼ਨ ਹੈ। ਜਦੋਂ ਤੂੜੀ ਛਾਣੀ ਦੀ ਆ ਤੇ ਉਹਦੇ ਵਿੱਚੋਂ ਥੋੜਾ ਜਿਹਾ ਸੌਦਾ ਥੱਲੇ ਨਿਕਲਦਾ, ਥੋੜਾ ਜਿਹਾ ਉੱਪਰ ਰਹਿ ਜਾਂਦਾ। ਜਿਹੜਾ ਉੱਪਰ ਵਾਲਾ ਹੁੰਦਾ ਉਹ ਫਿਰ ਆਪਾਂ ਖੁਰਲੀ ਦੇ ਵਿੱਚ ਪਾ ਦਈਦਾ, ਤੇ ਜਿਹੜਾ ਥੱਲੇ ਵਾਲਾ ਹੁੰਦਾ ਅਜਾਈ ਉਹ ਵੀ ਨਹੀਂ ਜਾਂਦਾ। ਉਸ ਤੋਂ ਬਾਅਦ ਪਸ਼ੂਆਂ ਦੇ ਥੱਲੇ ਗਿੱਲਾ ਹੋ ਜਾਵੇ ਉੱਥੇ ਸੁੱਟ ਦਈਦਾ। ਜਾਣੀ ਹਰ ਇੱਕ ਚੀਜ਼ ਦੀ ਆਪਣੀ ਪ੍ਰਸੰਗਿਕਤਾ ਹੈਗੀ ਆ। ਪਿਛਲੀ ਵਾਰ ਪ੍ਰੋਗਰਾਮ ਕੀਤਾ ਸੀ, ਥਾਂ ਆਹੀ ਸੀ, ਤਕਰੀਬਨ ਆਹੀ ਪਾਰਕ ਸੀ, ਬੰਦੇ ਵੀ ਅਸੀਂ ਉਹੀ ਸੀ, ਤੇ ਪ੍ਰੋਗਰਾਮ ਕੀਤਾ ਸੀ। ਇਹਦਾ ਟਾਈਟਲ ਸੀ ਕਿ ਭਾਰਤ ਦੇ ਲੋਕਾਂ ਨੂੰ ਕਿੰਨੇ ਮਹਿੰਗੇ ਪੈ ਰਹੇ ਆ ਸੰਸਦ ਮੈਂਬਰ। ਤੁਸੀਂ ਸਲਾਹਿਆ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਮਿਲੀਆਂ। ਨਹੀਂ ਤਾਂ ਸਾਨੂੰ ਲੀਡਰ ਚੰਗੇ ਲੱਗਦੇ ਹੁੰਦੇ, ਲੀਡਰ ਹੁੰਦੇ ਵੀ ਚੰਗੇ ਆ, ਲੀਡਰ ਮਾੜੇ ਨਹੀਂ ਹੁੰਦੇ ਕਿਉਂਕਿ ਆਪਾਂ ਹੀ ਚੁਣੇ ਹੁੰਦੇ ਆ। ਪਰ ਹੁਣ ਅੱਜ ਬਿਲਕੁਲ ਵੱਖਰੇ ਤਰ੍ਹਾਂ ਦੀ ਗੱਲ ਹੈਗੀ, ਰਲਦੀ ਮਿਲਦੀ ਆ ਪਰ ਵੱਖਰੀ ਆ, ਕਿਉਂਕਿ ਪੰਜਾਬ ਦੇ ਵਿੱਚ 8 ਮਹੀਨੇ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਨੇ। ਜੇ ਸਾਰਾ ਕੁਝ ਠੀਕ ਰਿਹਾ, ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚੋਂ ਉੱਠ ਕੇ ਵੋਟ ਪਾਉਣ ਜਾਣਾ ਹੈ ਤੇ ਆਪੋ ਆਪਣੇ MLA ਦੀ ਚੋਣ ਕਰਨੀ ਹੈ, ਤੇ MLA ਨੇ ਪੁੱਜਣਾ ਵਿਧਾਨ ਸਭਾ ਦੇ ਵਿੱਚ, ਉੱਥੇ ਜਾ ਕੇ ਬਣਨੀ ਆ ਸਰਕਾਰ। ਉਹਨਾਂ ਵਿਧਾਇਕਾਂ ਦੇ ਵਿੱਚੋਂ ਕੁਝ ਬੰਦੇ ਬਣਨੇ ਆ ਮੰਤਰੀ, ਤੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਫੈਸਲਾ ਹੋਇਆ ਕਰਨਾ ਨੌਕਰੀ ਦੇਣੀ ਹੈ ਕਿ ਨਹੀਂ, ਪੈਨਸ਼ਨ ਲਾਉਣੀ ਹੈ ਕਿ ਨਹੀਂ, ਪੈਨਸ਼ਨ ਵਧਾਉਣੀ ਹੈ ਕਿ ਨਹੀਂ, ਹਾਂ ਲੋਕਾਂ ਦੀ ਪੈਨਸ਼ਨ ਵਧਾਉਣੀ ਹੈ ਕਿ ਆਪਣੀ ਵਧਾਉਣੀ ਹੈ। ਉਹ ਸਾਰੀਆਂ ਚੀਜ਼ਾਂ, ਪਾਣੀ ਜਿਹੜਾ ਦਰਿਆਵਾਂ ਦਾ, ਸਾਡੀਆਂ ਨਹਿਰਾਂ ਦਾ ਸਾਫ਼ ਕਰਨਾ ਕਿ ਨਹੀਂ, ਬੁੱਢਾ ਨਾਲਾ ਗੰਦਾ ਹੀ ਰਹੂਗਾ ਜਾਂ ਉਹਨੂੰ ਸਾਫ਼ ਕਰਨਾ। ਜਾਣੀ ਸਾਰਾ ਕੁਛ ਇੱਕ ਚੀਜ਼ ਦੇ ਉੱਤੇ ਨਿਰਭਰ ਕਰਨਾ ਹੈ, ਜਿਹੜੀ ਚੀਜ਼ ਤੁਹਾਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਚਲ ਵੋਟ ਹੀ ਪਾਉਣੀ ਆ ਨਾ, ਤੁਹਾਡੀ ਕਰਾਈ ਟੂੰ, ਉਹਦੇ ਤੋਂ ਬਾਅਦ ਉਹ ਬੰਦਾ ਚਲ ਗਿਆ ਚੰਡੀਗੜ੍ਹ, ਚੰਡੀਗੜ੍ਹ 'ਚ ਵਿਧਾਨ ਸਭਾ ਦੇ ਵਿੱਚੋਂ ਸਰਕਾਰ, ਫਿਰ ਮੰਤਰੀ ਮੰਡਲ ਦੇ ਵਿੱਚੋਂ ਹਰੇ ਪੈਨ ਦੇ ਨਾਲ ਹੋਇਆ ਫੈਸਲਾ ਤੁਹਾਡੇ ਘਰੇ ਆ ਕੇ ਲਾਗੂ ਹੋਣਾ ਹੈ। ਪਰ ਅੱਜ ਚਰਚਾ ਆਪਾਂ ਇਹ ਕਰਨੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਵਿਧਾਨਕਾਰ ਨੇ, ਵਿਧਾਇਕ ਨੇ, ਉਹਨਾਂ ਦੀ ਤਨਖਾਹ, ਉਹਨਾਂ ਦੀ ਪੈਨਸ਼ਨ, ਉਹਨਾਂ ਨੂੰ ਸਹੂਲਤਾਂ ਕਿੰਨੀਆਂ। ਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਵਿਧਾਨ ਸਭਾ, ਇੱਥੋਂ ਦੇ ਵੀ ਵਿਧਾਇਕ ਨੇ, MLA ਨੇ, ਉਹਨਾਂ ਨੂੰ ਸਹੂਲਤਾਂ ਕਿੰਨੀਆਂ। ਆਪਾਂ ਪਿਛਲੇ ਵਾਰ ਦੇਖਿਆ ਸੀ ਕਿ ਭਾਈ ਇੱਥੋਂ ਦੇ ਲੀਡਰ ਜਿਹੜੇ ਨੇ, ਸਰਕਾਰ ਬਹੁਤਾ ਕੁਛ ਨਹੀਂ ਦਿੰਦੀ, ਜਾਂ ਸਾਡੇ ਪੰਜਾਬ ਵਰਗੇ, ਭਾਰਤ ਵਰਗੇ ਜਿਹੜੇ ਗੱਫੇ ਆ ਉਹ ਮਿਲਦੇ ਨਹੀਂ। MPs ਨੂੰ ਨਹੀਂ ਮਿਲਦੇ, ਪਰ MLA ਦੇ ਕੀ ਹਾਲਾਤ ਨੇ, ਉਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਪਿਛਲੀ ਵਾਰ ਵਾਲੇ ਮਹਿਮਾਨ ਡਾਕਟਰ ਗੁਰਮੰਤ ਗਰੇਵਾਲ ਹੋਰੀ ਇਸ ਵਾਰ ਵੀ ਸਾਡੇ ਨਾਲ ਨੇ। ਕਈ ਵਾਰ ਦੇ MP ਨੇ, ਉਹਨਾਂ ਦੇ ਘਰੋਂ ਉਹਨਾਂ ਦੀ ਧਰਮ ਪਤਨੀ ਉਹ ਵੀ ਕਈ ਵਾਰ MP ਰਹਿ ਚੁੱਕੇ ਆ। ਇਹਦੇ ਤੋਂ ਇਲਾਵਾ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਵੀ ਰਹੇ ਨੇ। ਬਹੁਤ ਸਾਰੀਆਂ ਕਮੇਟੀਆਂ ਜਿਹੜੀਆਂ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਿਤ, ਇਮੀਗ੍ਰੇਸ਼ਨ ਨਾਲ ਸੰਬੰਧਿਤ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਹੈ। ਤਜਰਬਾ ਚੰਗਾ ਚੋਖਾ, ਅੱਜ ਫਿਰ ਹੌਲੀ ਹੌਲੀ ਕੁਛ ਨਾ ਕੁਛ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਿੱਟਾ ਇਹੀ ਨਿਕਲਣਾ ਕਿ ਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਈ ਚੀਜ਼ਾਂ ਮੁੱਦਾ ਬਣਨੀਆਂ ਚਾਹੀਦੀਆਂ ਕਿ ਨਹੀਂ ਬਣਨੀ। ਗਰੇਵਾਲ ਸਾਹਿਬ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਭੂਮਿਕਾ ਇਸ ਕਰਕੇ ਗਰੇਵਾਲ ਸਾਹਿਬ ਕਈ ਵਾਰੀ ਲੰਮੀ ਹੋ ਜਾਂਦੀ ਹੈ ਕਿ ਗੱਲ ਚੰਗੇ ਤਰੀਕੇ ਸਮਝ ਆ ਜਾਵੇ, ਕਿਉਂਕਿ ਜਦੋਂ ਮੋਛਾ ਪਾਉਣਾ ਹੁੰਦਾ ਦਰਖਤ ਨੂੰ ਤਾਂ ਚੰਗੀ ਥਾਂ ਹੀ ਪਵੇ ਤਾਂ ਚੰਗਾ। ਬਿਲਕੁਲ ਸਹੀ ਹੈ। ਗਰੇਵਾਲ ਸਾਹਿਬ ਕਈ ਚੀਜ਼ਾਂ ਨਾ ਤੰਗ ਕਰਦੀਆਂ ਸੀ, ਪਰੇਸ਼ਾਨ ਕਰਦੀਆਂ ਸੀ।
ਪੰਜਾਬ ਦੇ ਜਿਹੜੇ ਵਿਧਾਨਕਾਰ ਨੇ, ਮੈਂ ਡਾਟਾ ਦੇਖਦਾ ਸੀ ਕਿ 80% ਤੋਂ ਵੱਧ ਕਰੋੜਪਤੀ ਨੇ। ਅਮੀਰ ਹੋਣਾ ਕੋਈ ਮਾੜੀ ਗੱਲ ਨਹੀਂ, ਬੰਦੇ ਮਿਹਨਤ ਕਰਦੇ ਨੇ, ਪੈਸੇ ਇਕੱਠੇ ਹੁੰਦੇ ਆ, ਚੰਗਾ ਘਰ ਹੋਣਾ, ਚੰਗੀ ਕਾਰ ਹੋਣੀ, ਕਾਰੋਬਾਰ ਹੋਣੇ, ਕੋਈ ਮਾੜੀ ਗੱਲ ਨਹੀਂ। ਪਰ ਬਾਅਦ ਵਿੱਚ ਕਈ ਚੀਜ਼ਾਂ ਅਜੀਬ ਜਿਹੀਆਂ ਲੱਗਦੀਆਂ ਸੀ ਕਿ ਠੀਕ ਹੈ ਆਪਾਂ ਕਰੋੜਪਤੀ ਵੀ ਹੈਗੇ ਆ, ਪਰ ਫਿਰ ਵੀ ਸਰਕਾਰਾਂ ਨੂੰ ਸਹੂਲਤਾਂ ਸਾਰੀਆਂ ਚਾਹੀਦੀਆਂ ਤੇ ਉਹਨਾਂ ਦੇ ਵਿੱਚ ਵਾਧਾ ਵੀ ਚਾਹੀਦਾ। ਅਸੀਂ ਜੇ ਖੇਤੀਬਾੜੀ ਵੀ ਕਰਦੇ ਆ ਤਾਂ ਸਾਨੂੰ ਬਿਜਲੀ ਦੇ ਬਿੱਲ ਮਾਫ ਚਾਹੀਦੇ ਆ, ਹੈਗੇ ਆਪਾਂ ਕਰੋੜਪਤੀ ਆ। ਸਾਨੂੰ ਡਰਾਈਵਰ ਵੀ ਸਰਕਾਰੀ ਚਾਹੀਦਾ ਤਾਂ ਸਾਨੂੰ ਤੇਲ ਵੀ ਸਰਕਾਰੀ ਚਾਹੀਦਾ। ਇੱਥੋਂ ਤੱਕ ਕਿ ਜਿਹੜੀ ਤਨਖਾਹ ਮਿਲਦੀ ਹੈ ਉਹਦਾ ਇਨਕਮ ਟੈਕਸ ਵੀ ਸਰਕਾਰ ਦਿੰਦੀ ਹੈ, ਜਿਹੜਾ ਕਰੋੜਾਂ 'ਚ ਬਣਦਾ। ਫਿਰ ਸਵਾਲ ਪੈਦਾ ਹੁੰਦਾ ਕਿ ਲੋਕਾਂ ਨੂੰ ਤਾਂ ਆਪਾਂ ਆਟਾ ਦਾਲ ਸਕੀਮ ਦੇ ਤਹਿਤ 5-5 ਰੁਪਈਆਂ ਚੀਜ਼ ਦਿੰਨੇ ਕਿ ਤੁਸੀਂ ਆਪਣੇ ਪੈਰਾਂ ਤੇ ਖੜਨ ਜੋਗੇ ਨਹੀਂ, ਤਾਂ ਜਿਹੜੇ ਬੰਦੇ ਪਹਿਲਾਂ ਹੀ ਕਰੋੜਪਤੀ ਹੈ ਉਹ ਫਿਰ ਬਹੁਤ ਕੁਝ ਲਈ ਜਾਂਦੇ ਆ। ਅੱਜ ਆਪਾਂ ਕੰਪੈਰੀਜ਼ਨ ਜਿਹਾ ਕਰਨਾ, ਕਿਉਂਕਿ ਬੜੀ ਸਾਡੀ ਜਗਿਆਸਾ ਕਿ ਭਾਈ ਇੱਥੋਂ ਦੇ MP ਤਾਂ ਠੀਕ ਹੈ, ਤੁਸੀਂ ਪਿਛਲੇ ਵਾਰੀ ਦੱਸ ਦਿੱਤਾ ਸੀ ਕੀ ਕੁਝ ਲੱਭਦਾ, ਪਰ ਸਹੂਲਤਾਂ ਦੇ ਮੁਤਾਬਕ ਇੱਥੋਂ ਦੇ MLA, ਪੰਜਾਬ ਦੇ MLAs ਦੇ ਨੇੜੇ ਤੇੜ ਹੈਗੇ ਆ ਕਿ ਨਹੀਂ, ਅੱਜ ਤੁਹਾਡੇ ਤੋਂ ਉਹ ਪੁੱਛਣਾ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਜ਼ਰੂਰ ਪੁੱਛੂੰਗਾ ਕਿ ਸਾਡੇ ਉੱਥੇ 5 ਸਾਲ ਹੁੰਦੇ ਆ ਪੰਜਾਬ 'ਚ, ਕਿ ਬੰਦਾ ਇੱਕ ਵਾਰੀ ਚੁਣਿਆ ਗਿਆ, ਉਹਨੂੰ ਜਿਹੜੀ ਸਭ ਤੋਂ ਪਹਿਲੀ ਚੀਜ਼ ਮਿਲਦੀ ਆ, ਜੇ ਤੋਂ ਦੀ ਪਛਾਣ ਹੁੰਦੀ, ਉਹ ਕਾਰ ਆ ਜੀ। ਕਾਰ ਆ, ਕਾਰ ਦੇ ਉੱਤੇ ਲਾਲ ਬੱਤੀ ਆ, ਨਾਲ ਸੁਰੱਖਿਆ ਕਰਮਚਾਰੀ ਮਿਲਦੇ ਆ। ਹੁਣ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਹਾਲਾਤ ਕੀ ਨੇ ਕਿ ਜਿਹੜੇ ਇੱਥੋਂ ਦੇ MLA ਬਣਦੇ ਆ, ਫਿਰ ਉਹਨਾਂ ਨੂੰ ਇੱਕ ਨਹੀਂ 5 ਕਾਰਾਂ ਤਾਂ ਚਾਹੀਦੀਆਂ, ਜਿੱਦਾਂ ਦਾ ਵਧੀਆ ਦੇਸ਼ ਹੈ। ਨਹੀਂ, ਇੱਥੇ MLAs ਨੂੰ ਕਾਰਾਂ ਨਹੀਂ ਮਿਲਦੀਆਂ, ਜਿਹੜੇ ਮਿਨਿਸਟਰ ਆ ਉਹਨਾਂ ਨੂੰ ਮਿਲਦੀਆਂ ਕਾਰਾਂ, ਸ਼ਾਇਦ ਨਾਲ ਡਰਾਈਵਰ ਵੀ ਮਿਲਦੇ ਨੇ, ਕਈ ਜਗ੍ਹਾ ਤੇ ਪ੍ਰੀਮੀਅਰ ਨੂੰ ਮਿਲਦੀ ਹੈ। ਪਰ ਜਿਹੜੇ ਆਮ MLA ਨੇ ਜਾਂ ਆਮ MPs ਨੇ ਜਾਂ ਸੈਨੇਟਰਸ ਨੇ, ਉਹਨਾਂ ਨੂੰ ਕਾਰਾਂ ਨਹੀਂ ਮਿਲਦੀਆਂ। ਗਰੇਵਾਲ ਸਾਹਿਬ, ਇਹਦਾ ਤਾਂ ਫਿਰ ਮਤਲਬ ਇਹ ਹੋਇਆ ਕਿ ਸ਼ਾਇਦ ਜਿਹੜਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀਆਂ ਪਹਿਲੀਆਂ 3 ਸੀਟਾਂ ਦੇ ਪਿੱਛੇ ਲਿਖਿਆ ਹੁੰਦਾ MLA ਤੇ MP ਵਾਸਤੇ, ਉਹ ਫਿਰ ਅਸੀਂ ਸਿਧਾਂਤ ਤੁਹਾਡੇ ਕੋਲੋਂ ਇੱਥੋਂ ਕੈਨੇਡਾ ਤੋਂ ਲਿਆ ਹੋਣਾ। ਜੇ ਇੱਥੇ ਕਾਰ ਨਹੀਂ ਮਿਲਦੀ ਤੇ ਇਹਦਾ ਮਤਲਬ ਕਿ ਬੱਸ ਦੇ ਵਿੱਚ ਸਫ਼ਰ ਕਰਦੇ ਹੋਣਗੇ ਕਦੀ-ਕਦੀ। ਮੈਨੂੰ ਨਹੀਂ ਲੱਗਦਾ ਕਿ ਕੋਈ, ਮੈਂ ਕਦੇ MLA ਦੇਖਿਆ ਜਿਹੜਾ ਬੱਸ ਦੇ ਵਿੱਚ ਆਪਦੀ ਰਿਜ਼ਰਵ ਸੀਟ ਤੇ ਬੈਠਾ ਹੋਵੇ। ਤੇ ਪਰ ਸ਼ਾਇਦ ਜਿਹੜਾ ਕਾਨੂੰਨ ਬਣਾਇਆ ਉਹਦੀ ਇੰਟੈਂਟ ਇਹ ਹੋਵੇ ਕਿ ਵੀ ਇੱਥੇ ਬੈਠ ਜਾ ਕਰੋ, ਸੀਟਾਂ ਤੁਹਾਡੇ ਲਈ ਰੱਖੀਆਂ ਨੇ। ਪਰ ਇੱਥੇ ਕੈਨੇਡਾ ਦੇ ਵਿੱਚ ਕੋਈ ਇਦਾਂ ਦੀ ਰਿਜ਼ਰਵੇਸ਼ਨ ਨਹੀਂ ਹੈ। ਨਹੀਂ ਹੈ ਜੀ। ਨਹੀਂ ਜੀ। ਠੀਕ ਹੈ ਜੀ। ਤੇ ਇਹਦਾ ਮਤਲਬ ਹੈ ਕਿ ਜੇ ਕਾਰ ਨਹੀਂ ਮਿਲਦੀ ਤਾਂ ਉਹਨਾਂ ਨੇ ਆਪਣੇ ਹਲਕੇ 'ਚ, ਜਿਹਨੂੰ ਤੁਸੀਂ ਰਾਈਡਿੰਗ ਕਹਿੰਦੇ ਆ, ਜੇ ਉੱਥੇ ਕਿਸੇ ਸਿਆਸੀ ਸਮਾਗਮ 'ਚ ਜਾਣਾ, ਉਹਨਾਂ ਦੀ ਆਪਣੀ ਪਾਰਟੀ ਦਾ ਪ੍ਰੋਗਰਾਮ ਆ, ਕਿਸੇ ਨੇ ਆਪਣੇ ਘਰ ਭੋਗ ਤੇ ਵਿਆਹ ਦੇ ਉੱਤੇ ਸੱਦਿਆ, ਫਿਰ ਉਹਨਾਂ ਨੂੰ ਆਪਣੀ ਕਾਰ 'ਚ ਜਾਣਾ ਪੈਂਦਾ। ਹਾਂ, ਬਿਲਕੁਲ ਆਪਣੀ ਕਾਰ 'ਚ ਜਾਣਾ ਪੈਂਦਾ। ਤੇ ਇਹ ਪ੍ਰਾਈਵੇਟ ਫੰਕਸ਼ਨਸ ਕੰਸੀਡਰ ਕੀਤੇ ਜਾਂਦੇ ਨੇ ਤੇ ਉਹਨਾਂ ਤੇ ਜਾਣ ਦੇ ਲਈ ਆਪਦੀ ਕਾਰ, ਆਪਦਾ ਸਾਰਾ ਸਿਸਟਮ ਮੁਹੱਈਆ ਕਰਨਾ ਪੈਂਦਾ, ਸਾਰਾ ਕੁਝ ਹੀ। ਹਾਂਜੀ। ਤੇ ਫਿਰ ਉਹ ਸੁਰੱਖਿਆ ਕਰਮਚਾਰੀ ਜਿਹੜੇ 5-7 ਮਿਲਦੇ, ਉਹਨਾਂ ਨੂੰ ਆਪਣੇ ਘਰ ਦੀ ਕਾਰ 'ਚ ਬਿਠਾ ਕੇ ਲੈ ਜਾਂਦੇ ਆ, ਜਿਪਸੀ ਕੁਛ। ਉਹਨਾਂ ਨੂੰ ਜਿਹੜੇ ਸੁਰੱਖਿਆ ਕਰਮਚਾਰੀ ਮਿਲਦੇ ਹੀ ਨਹੀਂ ਤੇ ਲੋੜ ਵੀ ਨਹੀਂ ਮਹਿਸੂਸ ਹੁੰਦੀ। ਸੋ ਈਵਨ ਜਿਹੜੇ ਪ੍ਰੀਮੀਅਰ ਜਾਂ ਮਿਨਿਸਟਰ ਜਾਂਦੇ ਨੇ, ਉਹਨਾਂ ਕੋਲੇ ਵੀ ਸੁਰੱਖਿਆ ਕਰਮਚਾਰੀ ਨਹੀਂ ਹੁੰਦੇ, ਅਨਟਿਲ ਅਨਲੈਸ ਜਿਹੜੀ RCMP ਹੈ, ਜਿਹੜੀ ਇੱਥੋਂ ਦੀ ਪੁਲਿਸ ਹੈ, ਉਹ ਇਹ ਨਹੀਂ ਜਾਣਦੀ, ਉਹਨਾਂ ਨੂੰ ਇਹ ਇਨਫੋਰਮੇਸ਼ਨ ਨਹੀਂ ਮਿਲਦੀ ਕਿ ਇਹਨਾਂ ਦੀ ਸੁਰੱਖਿਆ ਨੂੰ ਕੋਈ ਖਾਸ ਖਤਰਾ ਹੈ। ਅੱਛਾ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਜੇ ਕੋਈ ਥ੍ਰੈਟਸ ਵਗੈਰਾ ਹੁੰਦੀਆਂ ਨੇ ਜਾਂ ਕੋਈ ਸਰਕਮਸਟੈਂਸਸ ਇਹੋ ਜਿਹੇ ਹੋ ਸਕਦੇ ਨੇ। ਅਦਰਵਾਈਜ਼ ਨਾਰਮਲੀ ਜਨਰਲ ਸਰਕਮਸਟੈਂਸਸ ਕੋਈ ਸੁਰੱਖਿਆ ਕਰਮਚਾਰੀ ਨਹੀਂ ਮਿਲਦੇ, ਸੋ ਉਹਨਾਂ ਨੂੰ ਲਿਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ। ਅੱਛਾ, ਇਹਦਾ ਮਤਲਬ ਹੈ ਕਿ ਕਾਰ ਆਪਣੀ ਤੇ ਚਲਾਉਣੀ ਵੀ ਆਪ ਆ। ਹਾਂਜੀ। ਤੇ ਜੇ ਪ੍ਰਾਈਵੇਟ ਫੰਕਸ਼ਨ ਦੇ ਵਿੱਚ ਜਾਣਾ, ਤੇਲ ਵੀ ਆਪਣਾ, ਸੁਰੱਖਿਆ ਕਰਮਚਾਰੀ ਕੋਈ ਨਹੀਂ। ਜਾਣੀ ਜੇ ਕਿਸੇ ਦੇ ਭੋਗ ਤੇ ਜਾਣਾ ਤੇ ਆਪ ਹੀ ਕਾਰ ਦਾ ਦਰਵਾਜ਼ਾ ਖੋਲ੍ਹਣਾ, ਆਪ ਹੀ ਬਟੂਏ ਦੇ ਵਿੱਚੋਂ ਡਾਲਰ ਕੱਢਣੇ ਆ ਤੇ ਆਪ ਹੀ ਮੱਥਾ ਟੇਕਣਾ। ਬਿਲਕੁਲ ਜੀ, ਬਿਲਕੁਲ। ਇਦਾਂ ਦੀ ਕੋਈ ਗੱਲ ਨਹੀਂ ਹੋਰ ਕੋਈ ਗੱਲ ਨਹੀਂ ਜੀ। ਇਹ ਤਾਂ ਫਿਰ ਸਵਾਦ ਕੀ ਹੋਇਆ ਗਰੇਵਾਲ ਸਾਹਿਬ? ਦੇਸ਼ ਸੇਵਾ, ਕੌਮ ਸੇਵਾ, ਜਿੱਦਾਂ ਆਪਾਂ ਪਹਿਲਾਂ ਕਿਹਾ ਸੀ, ਕਮਿਊਨਿਟੀ ਦੀ ਸੇਵਾ। ਇਨਫੈਕਟ ਜਿਹੜੇ ਇੱਥੋਂ ਦੇ ਲੈਜਿਸਲੇਚਰਸ ਨੇ, ਬਹੁਤ ਲੋਕ ਜਿਹੜੇ ਸਾਡੇ ਓਰੀਜਨ ਤੋਂ ਆਏ ਨੇ, ਇੰਡੀਅਨ ਓਰੀਜਨ ਤੋਂ ਨੇ, ਉਹ ਵੀ ਆਪਣੇ ਆਪ ਨੂੰ ਭੋਗਾਂ, ਵਿਆਹਾਂ, ਬਰਥਡਿਆਂ ਦੇ ਵਿੱਚ ਜ਼ਿਆਦਾ ਸ਼ਾਮਲ ਕਰਦੇ ਨੇ। ਜਿਹੜੇ ਓਰੀਜਨਲ ਗੋਰੇ ਮੇਨ ਸਟ੍ਰੀਮ ਕਮਿਊਨਿਟੀ ਦੇ MLA MPs ਨੇ, ਉਹ ਕੰਪੈਰੀਟਿਵਲੀ ਘੱਟ ਜਾਂਦੇ ਨੇ। ਜਿਹੜੀ ਮੇਨ ਜੌਬ ਆ MLA ਤੇ MP ਦੀ, ਉਹ ਲੈਜਿਸਲੇਚਰ 'ਚ ਜਾ ਕੇ ਕਾਨੂੰਨ ਬਣਾਉਣਾ ਤੇ ਉਹਦੇ ਤਹਿਤ ਜਿਹੜੀ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ। ਪਰ ਸਾਡੇ ਕਈ ਦੇਖਣ ਵਿੱਚ ਆਇਆ ਕਿ ਕਈ MLA MPs ਨੇ ਤੇ ਲੋਕ ਵੀ ਉਹਨਾਂ ਤੋਂ ਐਕਸਪੈਕਟ ਕਰਦੇ ਨੇ। ਕਈ ਵਾਰੀ ਲੋਕ ਨਾਰਾਜ਼ ਵੀ ਹੋ ਜਾਂਦੇ ਨੇ ਜੇ ਬਾਕੀ ਨਹੀਂ ਜਾਂਦੇ ਤਾਂ। ਹਾਂਜੀ। ਵੀ ਸਾਡੀ ਆਦਤ ਕਈ ਵਾਰੀ ਉਦਾਂ ਦੀ ਰਹਿੰਦੀ ਹੈ। ਹਾਂ, ਸੋਸ਼ਲ ਐਕਟੀਵਿਟੀ ਜਿਹੜੀ ਉਹ ਲੈਜਿਸਲੇਟਿਵ ਐਕਟੀਵਿਟੀ ਨਾਲੋਂ ਥੱਲੇ ਹੋਣੀ ਚਾਹੀਦੀ ਹੈ। ਅੱਛਾ ਗਰੇਵਾਲ ਸਾਹਿਬ, ਇੱਕ ਮੈਨੂੰ ਹੋਰ ਦੱਸਿਓ ਕਿ ਜੇ ਮੰਨ ਲਓ ਕਿ ਉਹਨਾਂ ਨੂੰ ਰਾਈਡਿੰਗ ਦੇ ਵਿੱਚ ਕੋਈ ਮੀਟਿੰਗ ਆ, ਹਾਂਜੀ, ਉਹਨਾਂ ਨੇ ਆਪਣੇ ਘਰ ਤੋਂ ਦਫ਼ਤਰ ਤੱਕ ਜਾਣਾ, ਹਾਂਜੀ, ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਕਾਰ ਤਾਂ ਉਹਨਾਂ ਦੇ ਕੋਲੇ ਹੈ ਹੀ ਨਹੀਂ, ਫਿਰ ਜੀ ਉਹ ਕੋਈ ਟੈਕਸੀ ਵੀ ਕਰ ਸਕਦੇ ਨੇ ਜਾਂ ਕਿਸੇ ਵਲੰਟੀਅਰ ਦੀ ਵੀ ਮਦਦ ਲੈ ਸਕਦੇ ਨੇ ਜਾਂ ਕੋਈ ਹੋਰ ਅਲਟਰਨੇਟਿਵ ਯੂਜ਼ ਕਰ ਸਕਦੇ ਨੇ। ਬੱਸ 'ਚ ਵੀ ਜਾ ਸਕਦੇ ਨੇ, ਭਾਵੇਂ ਰਿਜ਼ਰਵ ਸੀਟ ਉੱਥੇ ਨਹੀਂ ਹੈ ਉਹਨਾਂ ਦੀ, ਬੱਸ 'ਚ ਫਿਰ ਵੀ ਬਹਿ ਕੇ ਜਾ ਸਕਦੇ ਨੇ, ਪਬਲਿਕ ਸਰਵਿਸ।
ਤੇ ਪਰ ਅਦਰਵਾਈਜ਼ ਉਹਨਾਂ ਨੂੰ ਮਾਈਲੇਜ ਜਿਹੜੀ ਉਹ ਕਲੇਮ ਕਰ ਸਕਦੇ ਨੇ Claim ਜੇ ਕਰ ਉਹ ਕਿਸੇ ਪਬਲਿਕ ਇਵੈਂਟ ਤੇ ਜਾ ਰਹੇ ਨੇ ਜਿਹੜੀ ਆਫੀਸ਼ੀਅਲ ਵਰਕਿੰਗ ਦੇ ਨਾਲ ਰਿਲੇਟਡ ਹੋਵੇ। ਹਾਂਜੀ। ਅੱਛਾ, ਇਹਦਾ ਮਤਲਬ ਹੈ ਕਿ ਜੇ ਸਰਕਾਰੀ ਸਮਾਗਮ ਆ ਤਾਂ ਉੱਥੋਂ ਦਾ ਕਿਰਾਇਆ ਭਾੜਾ ਮਿਲ ਜੂ ਆਉਣ ਜਾਣ ਦਾ। ਹਾਂਜੀ। ਪਰ ਜੇ ਕੋਈ ਸਿਆਸੀ ਰੈਲੀ ਕੀਤੀ ਹੈ, ਆਪਣੀ ਪਾਰਟੀ ਦੀ ਮੀਟਿੰਗ ਹੈ ਕਿ ਖੇਡ ਮੇਲੇ ਤੇ ਗਏ ਆ ਤਾਂ ਉੱਥੇ ਦੇ ਪੈਸੇ ਨਹੀਂ ਕੋਈ ਮਿਲਣੇ। ਹਾਂ ਬਿਲਕੁਲ, ਜਦੋਂ ਹੁਣ ਲੈਜਿਸਲੇਚਰ ਜਾਣਾ ਹੁੰਦਾ ਤੇ ਫੈਰੀ ਦੇ ਵਿੱਚ ਜਾਣਾ ਜਿਨ੍ਹਾਂ ਨੇ ਵਿਕਟੋਰੀਆ ਨੂੰ ਜਾਂ ਇਥੋਂ ਜਹਾਜ਼ ਦੇ ਵਿੱਚ ਆਟਵਾ ਜਾਣਾ ਜੀ, ਉਹ ਗਵਰਨਮੈਂਟ ਪੇ ਕਰਦੀ ਹੈ। ਈਵਨ ਵੀਆਰ ਰੇਲ ਜੇ ਯੂਜ਼ ਕਰਨੀ ਉਹ ਵੀ ਗਵਰਨਮੈਂਟ ਪੇ ਕਰਦੀ ਹੈ ਤੇ ਤੁਹਾਨੂੰ ਜੇ ਟੈਕਸੀ ਕਰਨੀ ਪੈਂਦੀ ਹੈ ਉਹ ਵੀ ਗਵਰਨਮੈਂਟ ਪੇ ਕਰਦੀ ਹੈ। ਪੁਰਾਣੇ ਜ਼ਮਾਨੇ 'ਚ ਘੋੜਿਆਂ ਤੇ ਜਾਂਦੇ ਸੀ, ਹੁਣ ਜਹਾਜ਼ਾਂ ਤੇ ਜਾਂਦੇ ਨੇ ਤੇ ਬਿਜ਼ਨਸ ਕਲਾਸ ਦਾ ਟਿਕਟ ਮਿਲ ਜਾਂਦਾ ਜੀ। ਇੱਥੋਂ ਜੇ ਵੈਦਰ ਖਰਾਬ ਹੈ ਜਾਂ ਜਲਦੀ ਜਾਣਾ ਵਿਕਟੋਰੀਆ ਨੂੰ ਤਾਂ ਉਹ ਸੀ ਪਲੇਨ ਵੀ ਚਾਰਟਰ ਕਰਕੇ ਲੈ ਜਾ ਸਕਦੇ ਨੇ। ਜੇ ਕੋਈ ਐਮਰਜੈਂਸੀ ਪੈਂਦੀ ਹੈ, ਕਦੇ ਕੋਈ ਵੋਟਾਂ ਪੈਂਦੀਆਂ ਨੇ, ਮੈਂਬਰਸ ਆਫ ਪਾਰਲੀਮੈਂਟ ਜਿਹੜੇ ਹੁਣ ਨੂਨਾਵਿਟ ਵਗੈਰਾ ਰਹਿੰਦੇ ਨੇ ਜਾਂ ਇੰਟੀਰੀਅਰ 'ਚ ਰਹਿੰਦੇ ਨੇ ਤਾਂ ਉੱਥੋਂ ਵੀ ਉਹ ਚਾਰਟਰ ਕਰਕੇ ਜਹਾਜ਼ ਜਾ ਸਕਦੇ ਆ ਵੀ ਪਹੁੰਚਣਾ ਜ਼ਰੂਰੀ ਹੈ। ਹਾਂਜੀ। ਅੱਛਾ ਚਲੋ ਗਰੇਵਾਲ ਸਾਹਿਬ, ਮੈਂ ਕਰੀ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਨੂੰ ਇਹ ਜ਼ਰੂਰ ਪਰਿਵਾਰ ਦੇ ਮੈਂਬਰਾਂ ਨੂੰ ਦੱਸਦਾ ਕਿ ਹੁਣ ਤੱਕ ਦੀ ਗੱਲਬਾਤ ਦੇ ਮੁਤਾਬਕ ਤੁਸੀਂ ਇਹ ਚੇਤਾ ਰੱਖਣਾ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਭਾਈ ਪੰਜਾਬ 'ਚ, ਤੇ ਬਹੁਤ ਸਾਰੇ ਆਪਣੇ ਲੀਡਰ ਸਾਹਿਬਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਗੇੜਾ ਮਾਰਦੇ ਆ, ਪਤਾ ਉਹਨਾਂ ਨੂੰ ਸਾਰਾ ਕੁਝ ਹੈ। ਪਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਸੀ ਕਿ ਲਾਲ ਬੱਤੀ ਕਲਚਰ ਖਤਮ ਕਰਨਾ ਹੈ। ਲਾਲ ਬੱਤੀ ਵੀ ਪੁੱਛਾਂਗੇ ਕਿ ਜੇ ਭਾਈ ਕਾਰ ਹੈ ਨਹੀਂ ਤਾਂ ਲਾਲ ਬੱਤੀ ਹੱਥ 'ਚ ਫੜ ਕੇ ਲੈ ਜਾਂਦੇ ਆ, ਉਹ ਪੁੱਛਣਾ ਹੈ। ਪਰ ਉਹਦੇ ਤੋਂ ਪਹਿਲਾਂ ਇੰਨੀ ਗੱਲ ਕਲੀਅਰ ਹੋ ਗਈ ਕਿ ਇੱਕ ਵਿਧਾਇਕ ਨੂੰ ਵਿਧਾਇਕ ਦੀ ਚੋਣ ਜਿੱਤਣ ਤੋਂ ਬਾਅਦ ਸਰਕਾਰੀ ਕਾਰ ਨਹੀਂ ਮਿਲਦੀ, ਉਹਨੂੰ ਸਰਕਾਰੀ ਡਰਾਈਵਰ ਨਹੀਂ ਮਿਲਦਾ, ਉਹਨੂੰ ਗਨਮੈਨ ਜਿਹੜੇ ਉਹ ਨਹੀਂ ਮਿਲਦੇ। ਤੇ ਇਹਦੇ ਤੋਂ ਇਲਾਵਾ ਜੇ ਸਰਕਾਰੀ ਕੰਮ ਦੇ ਵਿੱਚ ਜਾਣਾ ਤੇ ਉਹ ਕਿਰਾਇਆ, ਟੈਕਸੀ ਦਾ ਕਿਰਾਇਆ ਜਾਂ ਇਦਾਂ ਦੀਆਂ ਚੀਜ਼ਾਂ ਕਲੇਮ ਕਰ ਸਕਦੇ ਆ। ਪਰ ਇਹਦੇ ਤੋਂ ਇਲਾਵਾ ਜੇ ਉਹਨਾਂ ਨੇ ਕਿਸੇ ਸਿਆਸੀ ਸਮਾਗਮ ਦੇ ਵਿੱਚ ਜਾਣਾ ਤਾਂ ਹੂਟਰ ਮਾਰਦੀ ਕਾਰ, ਉਹਦੇ ਮੂਹਰੇ ਜਿਪਸੀ, ਉਹ ਚੀਜ਼ਾਂ ਨਹੀਂ ਹੋਣੀਆਂ। ਪਰ ਕੀ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਨਹੀਂ ਚਾਹੀਦਾ? ਵੈਸੇ ਵੀ ਸਾਡੇ ਵਿਧਾਇਕ ਬਹੁਤੇ ਕਰੋੜਪਤੀ ਨੇ, ਜਿਨ੍ਹਾਂ ਨੂੰ ਲੋੜ ਹੈ, ਚਲੋ ਠੀਕ ਹੈ, ਮੰਨਦੇ ਆ। ਪਰ ਕੀ ਜਿਨ੍ਹਾਂ ਦੇ ਕੋਲੇ ਆਪਣੀਆਂ ਕਾਰਾਂ ਹੈਗੀਆਂ, ਸਾਰਾ ਕੁਝ ਹੈਗਾ, ਜਦੋਂ ਆਪਾਂ ਲੋਕ ਸੇਵਕ ਕਹਿਲਾਉਨੇ ਆ ਤਾਂ ਫਿਰ ਥੋੜਾ ਜਿਹਾ ਵੈਸੇ ਹੀ ਗੱਲ ਸੀ ਕਿ ਸੋਚ ਵਿਚਾਰ ਕਰਦੇ ਆ। ਗਰੇਵਾਲ ਸਾਹਿਬ, ਤੁਸੀਂ ਆ ਕਿਹਾ ਕਿ ਜਦੋਂ ਉਹਨਾਂ ਨੇ ਵਿਕਟੋਰੀਆ ਜਾਣਾ, ਹਾਂਜੀ, ਉੱਥੇ ਵਿਧਾਨ ਸਭਾ ਆ, ਹਾਂਜੀ, ਉੱਥੇ ਜਾਣੀ ਵਿਧਾਨ ਸਭਾ ਦੇ ਵਿੱਚ ਜਾਣਾ ਤਾਂ ਫਿਰ ਸਰਕਾਰ ਇਹ ਸਾਰਾ ਕੁਝ ਦਿੰਦੀ ਹੈ। ਹਾਂ, ਲੈਜਿਸਲੇਚਰ ਦੇ ਵਿੱਚ ਜੀ, ਜਦੋਂ ਵਿਧਾਨ ਸਭਾ ਦੇ ਸੈਸ਼ਨ 'ਚ ਜਾਣਾ। ਹਾਂਜੀ। ਆਮ ਤੌਰ ਦੇ ਉੱਤੇ ਗਰੇਵਾਲ ਸਾਹਿਬ ਜਿਹੜੀ ਪੈਨਸ਼ਨ ਆ, ਮੈਂ ਤਨਖਾਹ ਤੋਂ ਪਹਿਲਾਂ ਪੈਨਸ਼ਨ ਤੇ ਆਉਣਾ, ਪੈਨਸ਼ਨ ਮਿਲਦੀ? ਜਿਹੜੀ ਪੈਨਸ਼ਨ ਹੈ ਸਾਰੇ ਕੰਟਰੀਬਿਊਟਰੀ ਪੈਨਸ਼ਨ ਹੈ, ਆਲਮੋਸਟ ਸਾਰੇ ਪ੍ਰੋਵਿੰਸਸ ਤੇ ਸਾਰੀ ਟੈਰੀਟਰੀ ਤੇ ਇਵਨ ਫੈਡਰਲ ਗਵਰਨਮੈਂਟ 'ਚ ਵੀ ਕੰਟਰੀਬਿਊਸ਼ਨ ਤੋਂ ਬਾਅਦ ਮਿਲਦੀ ਹੈ ਪੈਨਸ਼ਨ। ਕੱਲੇ ਅਲਬਰਟਾ ਜਿੱਥੇ ਐਮਐਲਏਜ਼ ਨੂੰ ਪੈਨਸ਼ਨ ਨਹੀਂ ਮਿਲਦੀ, ਪਰ ਉਹਨਾਂ ਨੂੰ ਆਰਆਰਐਸਪੀ ਜਿਹੜੀ ਰਜਿਸਟਰਡ ਸੇਵਿੰਗ ਪਲਾਨਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਕੰਟਰੀਬਿਊਟ ਕਰਦੇ ਨੇ ਤੇ ਉਹ ਜਿਹੜੀ ਉਹਦੇ 'ਚ ਫਿਰ ਗਵਰਨਮੈਂਟ ਵੀ ਕੁਝ ਪਾਰਟਿਸਿਪੇਟ ਕਰਦੀ ਹੈ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 11% ਤਨਖਾਹ ਦੇ ਵਿੱਚੋਂ ਐਮਐਲਏ ਕੰਟਰੀਬਿਊਟ ਕਰਦੇ ਨੇ, ਤਕਰੀਬਨ 40% ਹੈ ਜਿਹੜਾ ਉਹ ਗਵਰਨਮੈਂਟ ਕੰਟਰੀਬਿਊਟ ਕਰਦੀ ਹੈ। ਫਿਰ ਜਿਹੜਾ ਉਹ ਅਮਾਊਂਟ ਐਕਿਊਮੂਲੇਟ ਹੋ ਜਾਂਦਾ, ਉਹਦੀ ਫਿਰ ਪਰਸੈਂਟੇਜ ਉਹਨਾਂ ਨੇ ਫਾਰਮੂਲਾ ਹੁੰਦਾ ਤੇ ਉਹਦੇ ਹਿਸਾਬ ਦੇ ਨਾਲ ਫਿਰ ਜਦੋਂ ਐਮਐਲਏ ਨਹੀਂ ਰਹਿੰਦੇ ਸਰਟਨ ਪੀਰੀਅਡ ਤੋਂ ਬਾਅਦ ਫਿਰ ਜਿਹੜੀ ਪੈਨਸ਼ਨ ਹੈ ਉਹ ਮਿਲਦੀ ਹੈ। ਹੁਣ ਸਮਝਾਇਓ ਗਰੇਵਾਲ ਸਾਹਿਬ, ਆਪਾਂ ਸਭ ਤੋਂ ਪਹਿਲਾਂ ਤਾਂ ਅਲਬਰਟਾ ਦੀ ਗੱਲ ਕਰਦੇ ਹਾਂ। ਹਾਂਜੀ। ਤੇ ਅਲਬਰਟਾ ਦੇ ਵਿੱਚ ਪੈਨਸ਼ਨ ਸਿੱਧੀ ਹੈ ਨਹੀਂਗੀ। ਹਾਂਜੀ। ਜੇ ਪੈਨਸ਼ਨ ਸਿੱਧੀ ਨਹੀਂ ਤਾਂ ਇਹਦਾ ਮਤਲਬ ਹੈ ਕਿ ਉਹ ਕੁਝ ਯੋਗਦਾਨ ਦੇਣ, ਕੁਝ ਪੈਸੇ ਦੇਣ ਸਮਾਬੱਧ, ਕੁਝ ਸਰਕਾਰ ਪਾਊਗੀ। ਹਾਂਜੀ। ਉਹਦੇ ਤੋਂ ਬਾਅਦ ਫਿਰ ਉਹਨਾਂ ਨੂੰ ਪੈਨਸ਼ਨ ਲੱਗੂਗੀ। ਜੇ ਉਹ ਆਪਣੇ ਪੱਲਿਓਂ ਪੈਸੇ ਨਹੀਂ ਪਾਉਂਦੇ ਪਹਿਲਾਂ ਤਾਂ ਫਿਰ ਪੈਨਸ਼ਨ ਨਹੀਂ ਲੱਗੂ। ਹਾਂ, ਬਿਲਕੁਲ ਨਹੀਂ। ਇਨਫੈਕਟ ਜਿਹੜੀ ਕੰਟਰੀਬਿਊਸ਼ਨ ਹੈ ਇਹ ਸਾਰੇ ਪ੍ਰੋਵਿੰਸ 'ਚ ਸਾਰੀਆਂ ਵਿਧਾਨ ਸਭਾਵਾਂ ਦੇ ਵਿੱਚ ਇਹ ਕਰਨੀ ਪੈਂਦੀ ਹੈ। ਉਹਨਾਂ ਦੀ ਪਰਸੈਂਟੇਜ ਡਿਫਰੈਂਟ ਹੈ, ਕਿਸੇ 'ਚ 9% ਹੈ, ਕਿਸੇ 'ਚ 8% ਹੈ, ਕਿਸੇ 'ਚ 11% ਕੰਟਰੀਬਿਊਸ਼ਨ ਹੈ। ਯਾਨੀ ਕਿ ਐਮਐਲਏ ਹੁੰਦੇ ਤਨਖਾਹ 'ਚੋਂ ਪੈਸੇ ਕਟਾਉਣਗੇ ਤਾਂ ਪੈਨਸ਼ਨ ਮਿਲਣੀ। ਹਾਂ, ਬਿਲਕੁਲ। ਜੇ ਨਹੀਂ ਕਟਾਉਂਦੇ ਤਾਂ ਨਹੀਂ ਮਿਲਣੀ। ਉਹਨਾਂ ਨੂੰ ਮੈਂਡੇਟਰੀ ਹੈ ਕਈ ਜਗ੍ਹਾ ਤੇ ਕਟਾਉਣੀ ਪੈਣੀ ਹੈ। ਅੱਛਾ, ਚਲੋ ਇਹ ਤਾਂ ਹੁਣ ਤੁਸੀਂ ਕਮਾਲ ਦੀ ਗੱਲ ਦੱਸ ਦਿੱਤੀ ਹੈ ਕਿ ਜੇ ਲੱਖ ਰੁਪਈਆ ਤਨਖਾਹ ਤਕਰੀਬਨ 11,000 ਰੁਪਈਆ ਬ੍ਰਿਟਿਸ਼ ਕੋਲੰਬੀਆ ਦੇ ਐਮਐਲਏ ਨੂੰ ਕਟਾਉਣਾ ਪੈਂਦਾ। ਹਾਂਜੀ। ਫਿਰ ਜਾ ਕੇ ਪੈਨਸ਼ਨ ਮਿਲੂ। 70 ਸਾਲ ਦੀ ਉਮਰ ਤੱਕ। 70 ਸਾਲ ਤੋਂ ਬਾਅਦ ਜੇ ਐਮਐਲਏ ਵੀ ਉੱਥੇ ਰਹਿੰਦਾ ਫਿਰ ਨਹੀਂ ਕਟਾਉਣਾ ਪੈਂਦਾ। ਅੱਛਾ, ਚਲੋ ਇਹ ਵੀ ਗੱਲ ਹੋ ਗਈ। ਮੰਨ ਲਓ ਕਿ ਕੋਈ ਬੰਦਾ 36 ਸਾਲ ਦੀ ਉਮਰ 'ਚ ਐਮਐਲਏ ਬਣਿਆ। ਹਾਂਜੀ। 40 ਸਾਲ ਦੀ ਉਮਰ ਦੇ ਵਿੱਚ ਉਹਨੇ ਆਪਣੀ ਸਾਰੀ ਟਰਮ ਕੰਪਲੀਟ ਕਰ ਲਈ 4 ਸਾਲ ਦੀ। ਉਹਦੇ ਤੋਂ ਬਾਅਦ ਉਹਨੇ 4 ਸਾਲ ਪੈਸੇ ਕਟਾਏ 11%। ਉਹਦੇ ਤੋਂ ਬਾਅਦ 40 ਸਾਲਾਂ ਦੀ ਨੂੰ ਤਾਂ ਫਿਰ ਪੈਨਸ਼ਨ ਸਾਰੀ ਉਮਰ ਦੀਆਂ ਰੋਟੀਆਂ। ਹਾਂ, ਜਿਹੜੀ ਪੈਨਸ਼ਨ ਹੈ ਉਹ ਕਦੋਂ ਮਿਲਦੀ ਹੈ? ਇਹ ਤਕਰੀਬਨ BC ਦੇ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਮਿਲਦੀ ਹੈ। ਕਈ ਇਦਾਂ ਦੇ ਪ੍ਰੋਵਿੰਸਸ ਨੇ ਜਿੱਥੇ 55 ਸਾਲ ਤੇ ਬਾਅਦ ਮਿਲਦੀ ਹੈ। ਮੇਰਾ ਖਿਆਲ ਹੈ ਸਸਕੈਚੁਆਨ 'ਚ 50 ਸਾਲ ਤੋਂ ਬਾਅਦ ਮਿਲਦੀ ਹੈ ਜੀ, ਤੇ ਉਹਨੂੰ ਉਦੋਂ ਪਹਿਲਾਂ ਪੈਨਸ਼ਨ ਨਹੀਂ ਮਿਲਦੀ। ਪਰ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਤੁਸੀਂ ਆਪਦੀ ਜੋ ਟਰਮ ਖਤਮ ਕਰਦੇ ਹੋ ਉੱਥੇ 2 ਤਰ੍ਹਾਂ ਦੀ ਪੈਨਸ਼ਨ ਹੈ। ਇੱਕ ਬੇਸਿਕ ਪੈਨਸ਼ਨ ਹੈ, ਇੱਕ ਸਪਲੀਮੈਂਟਰੀ ਪੈਨਸ਼ਨ ਹੈ। ਜਿਹੜੀ ਬੇਸਿਕ ਪੈਨਸ਼ਨ ਹੈ ਉਹ ਤੁਹਾਨੂੰ ਰਾਈਟ ਵੇ ਮਿਲ ਜਾਂਦੀ ਹੈ ਸਰਟਨ ਅਮਾਊਂਟ, ਤੇ ਸਪਲੀਮੈਂਟਰੀ ਜਿਹੜੀ ਥੋੜੀ ਜ਼ਿਆਦਾ ਕੁਆਂਟੀਟੀ ਹੈ
ਉਹ 5 ਸਾਲ ਦੀ ਟਰਮ ਲਾਉਣ ਤੋਂ ਬਾਅਦ ਤੇ ਤੁਹਾਡੀ 55 ਸਾਲ ਦੀ ਉਮਰ ਤੋਂ ਬਾਅਦ ਫਿਰ ਮਿਲਦੀ ਹੈ। ਕਈ ਇੱਕ ਪ੍ਰੋਵਿੰਸ ਹੈ ਜਿੱਥੇ ਨਾਲ ਐਕਸਪੀਰੀਅੰਸ ਵੀ ਦੇਖਣਾ ਪੈਂਦਾ। ਨੂਨਾਵੇਟ ਦੇ ਵਿੱਚ ਜੇ ਤੁਹਾਡਾ 30 ਸਾਲ ਦਾ ਐਕਸਪੀਰੀਅੰਸ ਹੈ ਫਿਰ ਤੁਹਾਨੂੰ ਪੈਨਸ਼ਨ ਸਰਵਿਸ ਹੈ ਜਿਹੜੀ ਤਾਂ ਤੁਹਾਨੂੰ ਰਾਈਟ ਵੇ ਮਿਲ ਜਾਂਦੀ। ਲੈਟਸ ਸੇ ਤੁਸੀਂ 18 ਸਾਲ ਦੇ ਜਾਂ 20 ਸਾਲ ਦੇ ਸੀਗੇ ਜਦੋਂ ਤੁਸੀਂ ਬਣ ਗਏ MLA, 30 ਸਾਲ ਦੀ ਸਰਵਿਸ ਕਰ ਲਈ ਤੇ ਤੁਹਾਡੀ ਉਮਰ 50 ਸਾਲ ਹੈ, ਤੁਹਾਨੂੰ ਰਾਈਟ ਵੇ ਪੈਨਸ਼ਨ ਮਿਲ ਜੂਗੀ। ਗਰੇਵਾਲ ਸਾਹਿਬ ਹੁਣ ਜਿੰਨੀ ਕੁ ਮੈਨੂੰ ਸਮਝ ਆਈ ਹੈ ਹਾਂਜੀ, ਉਹਦੇ ਵਿੱਚੋਂ ਤਾਂ ਇਹ ਗੱਲ ਹੋਈ ਕਿ ਜੇ 40 ਸਾਲ ਦਾ ਬੰਦਾ ਵਿਧਾਨ ਸਭਾ ਦੀ ਟਰਮ ਪੂਰੀ ਕਰ ਲੈਂਦਾ ਤੇ 40 ਤੋਂ 50 ਸਾਲ ਜਾਂ 55 ਜਾਂ 60 ਸਾਲ ਦੀ ਉਮਰ ਤੱਕ ਉਹਨੂੰ ਕੰਮ ਕਰਨਾ ਪਊਗਾ, ਪੈਨਸ਼ਨ ਨਹੀਂ ਹੋਣੀ। ਹਾਂਜੀ ਬਿਲਕੁਲ, ਉਹਨੂੰ ਰੋਟੀ ਖਾਣ ਲਈ ਕੰਮ ਕਿਤੇ ਕਰਨਾ ਪਊਗਾ, ਉਹਦੇ ਪਰਿਵਾਰ ਦਾ ਕਾਰੋਬਾਰ ਹੋਵੇ, ਉਹਦਾ ਕੁਝ ਵੀ ਹੋਵੇ। ਕਰੈਕਟ। ਇਹਦਾ ਮਤਲਬ ਇਹ ਹੈ ਕਿ ਇੱਕ ਹੋ ਸਕਦਾ ਕਿ ਇੱਕ ਸਾਬਕਾ MP ਵੀ ਉੱਥੇ ਹੀ ਕੰਮ ਕਰਦਾ ਹੋਵੇ ਤੇ ਸਾਬਕਾ MLA ਵੀ ਉੱਥੇ ਹੀ ਕੰਮ ਕਰਦਾ ਹੋਵੇ। ਬਿਲਕੁਲ ਜੀ, ਪੋਸੀਬਲ ਹੈ। ਇਨਫੈਕਟ ਕਈ ਇਦਾਂ ਦੇ ਵੀ ਇੰਸਟੈਂਸਸ ਨੇ ਜਿੱਥੇ MPs ਨੂੰ ਕਾਫੀ ਸਫਰ ਕਰਨਾ ਪਿਆ ਜਾਂ MLAs ਨੂੰ। ਤੇ ਮੈਨੂੰ ਇੱਕ ਮਤਲਬ ਮੈਂ ਕਨਫਰਮ ਤਾਂ ਨਹੀਂ ਕਰ ਸਕਦਾ ਕਿ ਇੱਕ MP ਨੂੰ ਵੈਲਫੇਅਰ ਤੇ ਜਾਣਾ ਪਿਆ, ਸੋਸ਼ਲ ਸਰਵਿਸਿਜ਼ ਦੀ ਜਿਹੜੀ ਮਿਲਦੀਆਂ ਇੱਥੇ ਜਿਹੜੀਆਂ ਪਾਵਰਟੀ ਵਾਲੇ ਲੋਕਾਂ ਨੂੰ ਮਿਲਦੀਆਂ। ਹਾਂਜੀ ਠੀਕ ਹੈ ਜੀ। ਚਲੋ ਬਈ ਪੰਜਾਬ ਦੇ ਵਿੱਚ ਤਾਂ ਆਪਾਂ ਨਹੀਂ ਇਦਾਂ ਚਾਹੁੰਦੇ ਕਿਉਂਕਿ ਲੀਡਰ ਸਾਹਿਬਾਨ ਸਾਡੇ ਸਤਿਕਾਰਯੋਗ ਨੇ, ਪਰ ਫਿਰ ਵੀ ਮੈਂ ਤਾਂ ਵੋਟਰਾਂ ਦੇ ਨਾਲ ਹੀ ਗੱਲ ਕਰਦਾ ਕਿ ਭਾਈ ਇੱਥੇ ਇਦਾਂ ਨਹੀਂ ਹੈ ਕਿ ਅੱਜ ਤੁਸੀਂ MLAਸ਼ਿਪ ਆਪਣੀ ਖਤਮ ਕੀਤੀ ਹੈ, ਟਰਮ ਪੂਰੀ ਕੀਤੀ ਹੈ ਤੇ ਨਾਲ ਹੀ ਅਗਲੇ ਮਹੀਨੇ ਤੁਹਾਡੀ ਪਿਲਸਣ ਜਿਹੜੀ ਉਹ ਆ ਗਈ। ਉਹ ਪਿਲਸਣ ਜਿਹੜੀ ਆ 50, 55 ਜਾਂ 60 ਸਾਲ ਤੋਂ ਬਾਅਦ ਲੱਗਣੀ ਹੈ। ਇਹ ਕੈਨੇਡਾ ਦੇ ਸੂਬਿਆਂ ਦਾ ਰੂਲ ਹੈ। ਕੈਨੇਡਾ ਵਧੀਆ, ਇੱਥੋਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਉੱਥੇ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ। ਮੈਨੂੰ ਲੱਗਦਾ ਕਿ ਅੱਜ ਲੀਡਰਾਂ ਵਾਲਾ ਕੰਮ ਆ ਤੇ ਇਹ ਵੀ ਇੰਪਲੀਮੈਂਟ ਮਾੜਾ ਜਿਹਾ ਕਰ ਲਈਏ ਤਾਂ ਸ਼ਾਇਦ ਸੂਤ ਆ ਜਾਏ, ਗਲੀਆਂ ਨਾਲੀਆਂ ਬਣਾ ਲਵਾਂਗੇ ਪਿੰਡਾਂ ਦੀਆਂ। ਬਿਲਕੁਲ। ਗਰੇਵਾਲ ਸਾਹਿਬ ਹੁਣ ਅਗਲੀ ਗੱਲ, ਸਭ ਤੋਂ ਵੱਡੀ ਗੱਲ ਕਿ ਮਕਾਨ ਘਰ, ਕਿਉਂਕਿ ਚੰਡੀਗੜ੍ਹ ਦੇ ਵਿੱਚ ਸਰਕਾਰੀ ਘਰ ਬਣੇ ਹੋ ਆ, ਪੰਜਾਬ ਹਰਿਆਣੇ ਵਾਲੇ ਲਈ ਵੀ ਬਣੇ ਹੋ ਆ। ਜਿੱਦਾਂ ਹੀ MLA ਕੋਈ ਬੰਦਾ ਬਣਦਾ ਤੇ ਉਹਦੇ ਤੋਂ ਬਾਅਦ ਉੱਥੇ ਇੱਕ ਫਾਈਟ ਚੱਲਦੀ ਹੁੰਦੀ ਹੈ। ਕਈ ਘਰ ਬਹੁਤ ਵਧੀਆ ਸੈਕਟਰ ਦੇ ਵਿੱਚ ਨੇ, ਵੱਡੇ ਨੇ, ਕਿਉਂਕਿ ਉਸ ਲਈ ਅਲਾਟਮੈਂਟ ਕਿਹਨੂੰ ਕਿਹਦੇ ਘਰ ਦੀ ਹੋ ਜਾਂਦੀ ਹੈ ਕਿਸੇ ਪਾਸੇ ਦੀ, ਉਹਦਾ ਬੜਾ ਰੌਲਾ ਹੁੰਦਾ ਆ। ਜੇ ਕੋਈ ਬੰਦਾ ਸੀਨੀਅਰ ਹੈ ਤਾਂ ਹੋਰ ਵੱਡਾ ਘਰ, ਅਸੀਂ ਜਾ ਕੇ ਉੱਥੇ ਪਰਦੇ ਵੀ ਬਦਲਾਉਣੇ ਹੁੰਦੇ ਆ, ਫਰਸ਼ ਵੀ ਵਧੀਆ ਕਰਨੀ ਹੁੰਦੀ ਹੈ। ਇੱਥੇ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਈ MLA ਚੁਣਿਆ ਜਾਂਦਾ, ਕਿੰਨੇ ਘਰ ਮਿਲਦੇ ਆ? ਕੋਈ ਘਰ ਨਹੀਂ ਮਿਲਦਾ ਜੀ। ਜੇ ਉੱਥੇ ਜਾ ਕੇ ਰਹਿੰਦੇ ਨੇ ਤਾਂ ਹੋਟਲ ਦੇ ਵਿੱਚ ਜਾਂ ਅਪਾਰਟਮੈਂਟ ਰੈਂਟ ਕਰਦੇ ਨੇ ਤਾਂ ਉਹਦੇ 'ਚ ਸਬਸਿਡੀ ਮਿਲਦੀ ਹੈ, ਗਵਰਨਮੈਂਟ ਉਹਦੇ ਲਈ ਸਰਟਨ ਅਮਾਊਂਟ ਪੇ ਕਰਦੀ ਹੈ। ਜਿਸ ਤਰ੍ਹਾਂ ਮੈਂਬਰ ਆਫ ਪਾਰਲੀਮੈਂਟ ਜਦੋਂ ਆਟਵਾ ਜਾ ਕੇ ਰਹਿੰਦੇ ਆ ਤਾਂ ਸਾਨੂੰ ਇੱਕ ਅਲਾਊਂਸ ਮਿਲਦਾ ਸਾਲ ਦਾ ਪ੍ਰੀ ਡਿਟਰਮਿਨਡ, ਉਹਦੇ ਵਿੱਚੋਂ ਤੁਸੀਂ ਆਪਦਾ ਖਰਚਾ ਕਰਨਾ ਰਹਿਣ ਦਾ, ਉਹਨੇ ਦੇ ਵਿੱਚ ਤੁਹਾਨੂੰ ਗੁਜ਼ਾਰਾ ਕਰਨਾ ਪੈਂਦਾ। ਚਾਹੇ ਤੁਸੀਂ ਹੋਟਲ 'ਚ ਰਹਿ ਲਓ, ਚਾਹੇ ਅਪਾਰਟਮੈਂਟ ਰੈਂਟ ਕਰ ਲਓ, ਚਾਹੇ ਘਰ ਲੈ ਕੇ ਉਹਦੀ ਮੌਰਗੇਜ ਪੇ ਕਰੋ, ਪਰ ਉਹ ਤੁਸੀਂ ਗਵਰਨਮੈਂਟ ਤੁਹਾਨੂੰ ਇੱਦਾਂ ਦੇ ਜਿਹੜੇ ਘਰ ਨੇ ਜਾਂ ਕੋਈ ਅਪਾਰਟਮੈਂਟ ਉਹ ਪ੍ਰੋਵਾਈਡ ਨਹੀਂ ਕਰਦੀ। ਅੱਛਾ, ਇਹਦਾ ਮਤਲਬ ਹੈ ਕਿ ਵਿਕਟੋਰੀਆ ਆਪਣੀ ਰਾਜਧਾਨੀ ਇੱਥੇ ਦੀ। ਹਾਂਜੀ। ਕੋਈ MLA ਸਾਹਿਬ ਚਾਹਣ ਕਿ ਮੇਰਾ ਭਾਈ ਐਤਕੀ ਸ਼ਨੀਵਾਰ ਨੂੰ ਪਰਿਵਾਰ ਨਾਲ ਜਾਣ ਨੂੰ ਜੀ ਕਰਦਾ ਹੈ ਕਿ ਮੈਂ ਘੁੰਮ ਕੇ ਆਵਾਂ, ਮੈਂ ਹਫਤਾ ਉੱਥੇ ਰਵਾਂ, ਸਰਕਾਰ ਉਹਦੇ ਵੀ ਪੈਸੇ ਪੇ ਕਰੂ? ਜਿਹੜਾ ਸਪਾਊਸ ਆ ਉਹਦੇ ਤੇ ਲਈ ਤਾਂ ਰਹਿਣਾ ਅਲਾਉਡ ਹੁੰਦਾ ਜੀ, ਤੇ ਜਾਂ ਡਿਪੈਂਡੈਂਟ ਬੱਚੇ ਨੇ, ਤੇ ਉਸ ਤੋਂ ਬਿਨਾਂ ਜੇ ਕੋਈ ਹੋਰ ਜਾਂਦਾ ਉਹਨਾਂ ਨੂੰ ਕੋਈ ਪਤਾ ਨਹੀਂ ਮਿਲਦਾ। ਨਹੀਂ, ਸੈਸ਼ਨ ਚੱਲਦੇ ਚ ਮਿਲਣਾ ਕਿ ਕਦੇ ਵੀ ਮਿਲ ਜਾਣਾ? ਉਹਦੀ ਲਿਮਿਟ ਨੇ, ਜਿਵੇਂ ਹੁਣ ਮੈਂਬਰ ਆਫ ਪਾਰਲੀਮੈਂਟ ਆ ਉਹਦੇ 'ਚ ਸਰਟਨ ਲਿਮਿਟਸ ਨੇ, ਇੰਨੀ ਵਾਰ ਤੁਹਾਡੇ ਜਿਹੜੇ ਡਿਪੈਂਡੈਂਟਸ ਨੇ ਉਹ ਨਾਲ ਤੁਹਾਡੇ ਆ ਸਕਦੇ ਨੇ, ਤੇ ਜਿਹੜੇ ਸਪਾਊਸ ਆ ਉਹ ਹਮੇਸ਼ਾ ਲਈ ਨਾਲ ਤੁਹਾਡੇ ਰਹਿ ਸਕਦੇ। ਜਿਹੜੀ ਇਹ ਤਾਂ ਫਿਰ ਗਰੇਵਾਲ ਸਾਹਿਬ ਕੋਈ ਗੱਲ ਨਾ ਹੋਈ ਆਪਣੇ ਉੱਥੇ ਪੰਜਾਬ ਦੇ ਵਿੱਚ, ਉੱਥੇ ਇਦਾਂ ਹੁੰਦੀ ਹੈ ਕਿ ਆਮ ਤੌਰ ਤੇ ਕਈ ਜਿਹੜੇ ਬਲਾਕ ਲੈਵਲ ਦੇ ਜਾਂ ਜ਼ਿਲ੍ਹਾ ਲੈਵਲ ਦੇ ਲੀਡਰ ਹੁੰਦੇ ਆ, ਉਹ ਕਹਿੰਦੇ ਹੁੰਦੇ ਆਪਾਂ ਚੰਡੀਗੜ੍ਹ ਜਾਣਾ, ਉੱਥੇ MLA ਸਾਹਿਬ ਦੇ ਉੱਥੇ ਹੀ ਰਹਿ ਲੈਣਾ ਆਪਾਂ। ਗੱਲ ਕਿਹੜੀ ਆ, ਜਾਣੀ ਉਹ ਵੀ ਇੱਕ ਚੌਧਰ ਦਾ ਇੱਕ ਢੰਗ ਹੁੰਦਾ ਕਿ ਆਪਾਂ ਨੂੰ ਭਾਈ ਸਿੱਧੀ ਐਕਸੈਸ ਹੈਗੀ, ਰਾਤ ਆਪਾਂ ਉੱਥੇ ਰਹਿ ਲੈਣਾ। ਫਿਰ ਇੱਥੇ ਤਾਂ ਜਿਹੜੇ ਬੰਦੇ ਪਾਰਟੀ ਨਾਲ ਜੁੜੇ ਆ ਉਹਨਾਂ ਨੂੰ ਤਾਂ ਫਿਰ ਜੇ MLA ਕੋ ਘਰ ਹੈ ਨਹੀਂ, ਉਹਨਾਂ ਰੱਖਣੇ ਕਿੱਥੇ ਆ? ਹਾਂ ਬਿਲਕੁਲ ਜੀ, ਉਹਨਾਂ ਨੂੰ ਕੋਈ ਐਂਟਰਟੇਨਮੈਂਟ ਕਰਨ ਦਾ ਕੋਈ ਸਾਧਨ ਹੈ ਨਹੀਂ। ਹਾਂਜੀ। ਅੱਛਾ ਗਰੇਵਾਲ ਸਾਹਿਬ, ਉਹਦੇ ਤੋਂ ਬਾਅਦ ਹੁਣ ਆਹ ਤਾਂ ਕਿੰਨੀਆਂ ਚੀਜ਼ਾਂ, ਲਾਲ ਬੱਤੀ ਕਿੱਥੇ ਹੁੰਦੀ ਆ ਜੀ ਇੱਥੇ? ਜਾਨੀ ਲਾਲ ਬੱਤੀ ਹੁਣ ਘਰੇ ਤਾਂ ਲਾਉਣੀ ਨਹੀਂ, ਜੇ ਕਾਰ ਵੀ ਹੈ ਨਹੀਂ, ਬੰਦਾ ਲਾਲ ਬੱਤੀ ਆਪਣੀ ਪਰਸਨਲ ਕਾਰ ਤੇ ਲਾ ਸਕਦਾ? ਨਹੀਂ, ਇੱਥੇ ਆਮ ਤੌਰ ਦੇ ਉੱਤੇ ਜਿਹੜੇ ਐਂਬੂਲੈਂਸ ਜਾਂ ਪੁਲਿਸ ਦੀਆਂ ਕਾਰਾਂ ਉਹਨਾਂ ਦੇ ਉੱਤੇ ਲਾਲ ਬੱਤੀਆਂ ਜ਼ਰੂਰ ਨੇ, ਤੇ ਜਿਹੜੇ ਪੋਲੀਟੀਸ਼ੀਅਨ ਨੇ ਚਾਹੇ ਫੈਡਰਲ ਲੈਵਲ ਦੇ, ਪ੍ਰੋਵਿੰਸ਼ੀਅਲ ਦੇ ਜਾਂ ਮਿਊਨਿਸਪਲ ਲੈਵਲ ਦੇ, ਉਹ ਆਦੀ ਨਹੀਂ ਗੇ ਕਾਰਾਂ ਦੇ ਉੱਤੇ ਲਾਲ ਬੱਤੀਆਂ ਲਾਉਣ ਦੇ ਲਈ। ਤੇ ਕਈ ਵਾਰੀ ਜਦੋਂ ਪ੍ਰਾਈਮ ਮਿਨਿਸਟਰ ਦਾ ਕੈਰਾਵਾਨ ਜਾਣਾ ਹੁੰਦਾ ਜਦੋਂ ਪਬਲਿਕ ਦੇ ਵਿੱਚ ਜਾਂ ਗਵਰਨਰ ਜਨਰਲ, ਤਾਂ ਉਹ ਸਮਟਾਈਮਸ ਪੁਲਿਸ ਵਾਲੇ ਆਪਦੀ ਗੱਡੀਆਂ ਦੀ ਲਾਲ ਬੱਤੀਆਂ ਲਾ ਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ। ਤੇ ਅਕਸਰ ਇਹ ਦੇਖਣ 'ਚ ਕਦੇ ਵੀ ਨਹੀਂ ਆਇਆ ਕਿ ਕੋਈ ਪੋਲੀਟੀਸ਼ੀਅਨ ਨੇ ਜਿਹੜੇ ਉਹ ਲਾਲ ਬੱਤੀਆਂ ਲਾ ਕੇ ਕਾਰਾਂ 'ਚ ਜਾਂਦੇ ਹੁਣ ਇਦਾਂ ਦੀ ਗੱਲ ਹੈ ਨਹੀਂ। ਬਿਲਕੁਲ ਨਹੀਂ ਹੈ। ਇਹ ਤਾਂ ਸੁੱਕਾ ਜਿਹਾ ਪ੍ਰੋਫੈਸ਼ਨ ਆ, ਫਿਰ ਖੁਸ਼ਕ ਜਿਹਾ ਨਾ, ਫਿਰ ਬਹੁਤੀ ਗੱਲ ਕਰਦੇ ਨਹੀਂ। ਤੇ ਅੱਛਾ ਗਰੇਵਾਲ ਸਾਹਿਬ, ਮੈਨੂੰ ਇੱਕ ਗੱਲ ਹੋਰ ਦੱਸਿਓ, ਇੱਥੇ ਜ਼ਿਆਦਾ ਉਹ ਨਾ ਕਈ ਵਾਰੀ ਚੁੱਭਦੀ ਹੁੰਦੀ ਹੈ। ਮੈਂ ਪਹਿਲਾਂ ਵੀ ਜ਼ਿਕਰ ਸ਼ੁਰੂਆਤ ਦੇ ਵਿੱਚ ਕੀਤਾ ਸੀ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਚੱਲਦਾ ਕਿ ਆਮ ਬੰਦਾ ਥੋੜੀ ਵੀ ਕੰਮ ਕਰਦਾ, ਪੈਸੇ ਕਮਾਉਂਦਾ, ਉਹਨੂੰ ਇਨਕਮ ਟੈਕਸ ਦੇਣਾ ਪੈਂਦਾ। ਪਰ ਇੱਕ ਚਰਚਾ ਚੱਲੀ ਸੀ ਕਿ ਪੰਜਾਬ ਦੇ ਜਿਹੜੇ ਵਿਧਾਇਕ ਨੇ, ਮੰਤਰੀ ਨੇ, ਉਹਨਾਂ ਦਾ ਸਾਲ ਦਾ ਕਰੋੜਾਂ ਰੁਪਈਆ ਸੂਬਾ ਸਰਕਾਰ ਪੱਲਿਓਂ ਦਿੰਦੀ ਆ ਕਿ ਭਾਈ ਇਹਨਾਂ ਦਾ ਇਨਕਮ ਟੈਕਸ
ਔਖਾ ਆ, ਗਰੀਬ ਆ, ਗੁਜ਼ਾਰੇ ਨਹੀਂ ਚੱਲਦੇ ਨਾ, ਥੋੜਾ ਔਖਾ ਹੋ ਜਾਂਦਾ ਆ। ਕਿੱਥੇ ਮਸੀਂ 2-4 ਤਾਂ ਫੈਕਟਰੀਆਂ, 2-4 ਹੋਟਲ ਹੁੰਦੇ ਜਾਂ ਟਰਾਂਸਪੋਰਟਾਂ ਹੁੰਦੀਆਂ ਵੀ ਇਹਨਾਂ ਦਾ ਇਨਕਮ ਟੈਕਸ ਆਪਾਂ ਲੋਕਾਂ ਦੇ ਟੈਕਸ ਦੇ ਪੈਸੇ ਜੋ ਦੇ ਦਿੰਦੇ ਆ। ਇੱਕ MLA ਸਾਹਿਬ ਹੈਗੇ ਆ ਜਿਹੜੇ ਪਹਿਲਾਂ ਵਿਦਿਆਰਥੀ ਜੀਵਨ ਦੇ ਵਿੱਚ ਵੀ ਵਿਦਿਆਰਥੀ ਲੀਡਰਸ਼ਿਪ ਦੇ ਵਿੱਚ ਵੀ ਰਹੇ ਆ। ਉਹਨਾਂ ਨੇ ਲੜਾਈ ਜੀ ਲੜ ਕੇ ਚਿੱਠੀਆਂ ਪਾ ਪੂ ਕੇ ਭਾਈ ਮੈਂ ਕੋਲੋਂ ਦੇਣਾ ਹੈ, ਹਜ਼ਾਰਾਂ ਰੁਪਈਆ ਉਹ ਕਹਿੰਦੇ ਮੈਂ ਦੇਣਾ ਹੈ। ਹੋਰ ਕੋਈ MLA ਸਾਹਿਬ ਹੁਣ ਤਾਂ ਉਹ ਟਿੱਪਣੀ ਕਰ ਦੇਣ। ਕੀ ਇੱਥੇ ਵੀ ਤਨਖਾਹ ਜਦੋਂ MLA ਜਾਂ MP ਨੂੰ ਮਿਲਦੀ ਹੈ ਫਿਰ ਇਨਕਮ ਟੈਕਸ ਤਾਂ ਸਰਕਾਰ ਹੀ ਦਿੰਦੀ ਹੋਣੀ ਹੈ? ਦੇਖੋ ਬਿਲਕੁਲ ਸਹੀ ਗੱਲ ਹੈ ਜੀ। ਇੱਥੇ ਜਿਹੜੀ ਹੈਗੀ ਸਿਚੁਏਸ਼ਨ ਕੰਪਲੀਟਲੀ ਡਿਫਰੈਂਟ ਹੈ। ਟੈਕਸ ਆਪਣਾ ਦੇਣਾ ਪੈਂਦਾ ਜੀ ਇਨਕਮ ਦੇ ਉੱਤੇ, ਤੇ ਇੱਥੇ ਦੇ ਟੈਕਸ ਰੇਟ ਵੀ ਹਾਈ ਹੈ ਤੇ ਟੈਕਸ ਦੇ ਵਿੱਚ ਤੁਸੀਂ ਹੇਰਾਫੇਰੀ ਵੀ ਨਹੀਂ ਕਰ ਸਕਦੇ, ਤੁਹਾਨੂੰ ਜਿੰਨਾ ਟੈਕਸ ਉਹਨੂੰ ਦੇਣਾ ਪੈਂਦਾ। ਪਰ ਕਈ ਵਾਰੀ ਇੱਥੇ ਇਦਾਂ ਹੋਇਆ ਕਿ ਜਦੋਂ ਫਾਰ ਐਗਜ਼ਾਮਪਲ ਅਲਬਰਟਾ ਦੇ ਵਿੱਚ ਜਦੋਂ ਜੇਸਨ ਕੈਨੀ ਦੀ ਸਰਕਾਰ ਬਣੀ ਹੈ ਰੀਸੈਂਟਲੀ ਜੀ, ਪ੍ਰੀਮੀਅਰ ਨੇ ਉਹ, ਤਾਂ ਉਹਦੇ 'ਚ ਉਹਨਾਂ ਨੇ 10% ਆਪਦੀ ਤਨਖਾਹ ਘਟਾ ਲਈ। ਅੱਛਾ ਜੀ। ਤੇ MLA ਦੀ 5% ਤਨਖਾਹ ਘਟਾਤੀ, ਮਿਨਿਸਟਰਾਂ ਦੀ। ਤੇ ਉਹ ਜਿਹੜੀ ਤਨਖਾਹ ਘਟਾਈ ਹੈ ਉਹ ਮਤਲਬ ਐਕਸੈਪਟੇਬਲ ਹੈ, ਪਰ ਅਦਰਵਾਈਜ਼ ਜਿਹੜੀਆਂ ਤਨਖਾਹਾਂ ਨੇ ਇੱਥੇ ਉਹ ਟੈਕਸ ਹੈ ਜਿਹੜਾ ਸਾਰਾ ਤਨਖਾਹ ਦੇ ਉੱਤੇ ਦੇਣਾ ਹੀ ਪੈਂਦਾ ਆ। ਇਹ ਫਿਰ ਬੜੀ ਮੁਸ਼ਕਿਲ ਜੀ ਗੱਲ ਹੋ ਜੂਗੀ ਨਾ, ਟੈਕਸ ਵੀ ਕੋਲੋਂ ਦੇਣਾ, ਮੁੜ ਕੇ ਪੈਨਸ਼ਨ ਵੀ ਜਿਹੜੀ ਉਹ ਲੇਟ ਮਿਲਣੀ ਆ। ਅੱਛਾ ਗਰੇਵਾਲ ਸਾਹਿਬ ਮੈਨੂੰ ਇਹ ਦੱਸਿਓ ਕਿ ਜਿੰਨੀ ਵਾਰੀ ਬੰਦਾ MLA ਜਾਂ MP ਬਣਦਾ ਹੈ, ਹਾਂਜੀ, ਪੈਨਸ਼ਨ ਉਨੀ ਵੱਧਦੀ ਹੈ? ਹਾਂ, ਕਿਉਂਕਿ ਪਿਛਲੇ 5 ਸਾਲਾਂ ਦੀ ਤਨਖਾਹ ਜਿਹੜੀ ਉਹ ਗਿਣਦੇ ਆ ਜੀ, ਤੇ ਜਿੰਨੀ ਤੁਹਾਡੀ ਟੋਟਲ ਕੰਟਰੀਬਿਊਸ਼ਨ, ਜੇ ਤੁਸੀਂ ਜ਼ਿਆਦਾ ਟਰਮ ਲੰਬੀ ਰੱਖੀ ਹੈ, ਜ਼ਿਆਦਾ ਚਿਰ ਰਹੇ ਹੋ MLA ਜਾਂ MP, ਤਾਂ ਨੈਚੁਰਲੀ ਤੁਹਾਡੀ ਕੰਟਰੀਬਿਊਸ਼ਨ ਵੀ ਜ਼ਿਆਦਾ ਹੋ ਜਾਣੀ ਹੈ, ਫਿਰ ਤੁਹਾਨੂੰ ਪੈਨਸ਼ਨ ਦਾ ਅਮਾਊਂਟ ਵੀ ਵਧ ਜਾਣਾ। ਰਾਈਡਿੰਗ ਦੇ ਵਿੱਚ ਆਪਣੇ ਹਲਕੇ 'ਚ ਡਿਵੈਲਪਮੈਂਟ ਕਰਨ ਦੇ ਲਈ ਜਿੱਦਾਂ ਭਾਰਤ ਦੇ ਵਿੱਚ MP ਨੂੰ ਇੱਕ ਬੱਝੇ ਪੈਸੇ ਮਿਲਦੇ ਆ, ਤੇ ਤੁਸੀਂ ਪਿਛਲੀ ਵਾਰੀ ਮੈਨੂੰ ਯਾਦ ਹੈ ਦੱਸਿਆ ਸੀ ਕਿ MP ਨੂੰ ਨਹੀਂ ਮਿਲਦੇ ਇੱਥੇ। ਹਾਂਜੀ। MLAs ਨੂੰ ਮਿਲਦੇ ਨਹੀਂ ਜਾਂ ਨਹੀਂ? MLA ਨੂੰ ਵੀ ਪੈਸੇ ਉਸ ਤਰ੍ਹਾਂ ਦੇ ਨਹੀਂ ਮਿਲਦੇ ਕਿ ਤੁਸੀਂ ਆਪਣੀ ਰਾਈਡਿੰਗ 'ਚ ਇਨਵੈਸਟ ਕਰੋ ਪ੍ਰੋਜੈਕਟਾਂ ਦੇ ਵਿੱਚ। ਇਨਫੈਕਟ ਜੇ ਕਿ ਉਹਨਾਂ ਨੇ ਕਰਨੇ ਹੁੰਦੇ ਤਾਂ ਉਹ ਰეკਮੈਂਡੇਸ਼ਨ ਕਰਦੇ ਆ, ਆਪਣੀ ਗਵਰਨਮੈਂਟ ਦੀ ਕੈਬਨਿਟ ਮੀਟਿੰਗ 'ਚੋਂ ਡਿਸਾਈਡ ਹੁੰਦਾ ਤੇ ਉੱਥੋਂ ਮਤਾ ਪਾਸ ਹੋ ਕੇ ਜਾਂਦਾ। ਫਾਰ ਐਗਜ਼ਾਮਪਲ ਲੈਟਸ ਸੇ ਸਰੀ ਦੇ ਵਿੱਚ ਹਸਪੀਟਲ ਦੀ ਲੋੜ ਹੈ, ਕੀ ਇਹਦੇ ਵਿੱਚ MLA ਕੰਟਰੀਬਿਊਟ ਕਰ ਸਕਦਾ ਪੈਸੇ ਗਵਰਨਮੈਂਟ ਦੇ? ਨਹੀਂ, ਉਹਦੇ ਲਈ ਗਵਰਨਮੈਂਟ ਹੀ ਕੰਟਰੀਬਿਊਟ ਕਰੂਗੀ ਜੀ, ਤੇ ਜਾਂ ਪ੍ਰੋਜੈਕਟ ਨੂੰ ਅਲਾਉ ਕਰੂਗੀ ਪ੍ਰੋਵਿੰਸ਼ੀਅਲ, ਮਿਊਨਿਸਪਲ ਜਾਂ ਫੈਡਰਲ ਗਵਰਨਮੈਂਟ ਦੇ ਜਿਹੜੇ ਪ੍ਰੋਜੈਕਟ ਨੇ। ਇਸੇ ਤਰ੍ਹਾਂ ਹੀ ਹੋਰ ਵੀ ਕਿਤੇ ਵੀ ਕੋਈ ਫੰਕਸ਼ਨ ਹੁੰਦਾ, ਕੋਈ ਇਵੈਂਟ ਹੁੰਦੀ ਹੈ, MLA ਜਾਂ MP ਉਹਦੇ 'ਚ ਪੈਸੇ ਗਵਰਨਮੈਂਟ ਦੇ ਬਿਹਾਫ ਤੇ ਆਪ ਨਹੀਂ ਕੰਟਰੀਬਿਊਟ ਕਰ ਸਕਦੇ। 5 ਲੱਖ ਦਿੱਤਾ ਜੀ, 4 ਲੱਖ ਦਿੱਤਾ ਜੀ, ਇਦਾਂ ਕੁਝ ਨਹੀਂ ਹੋ ਸਕਦਾ। ਅੱਛਾ ਜੀ, ਇਹ ਵੀ ਕੰਮ ਔਖਾ, ਬਜਟ ਹੀ ਨਹੀਂ ਮਿਲਦਾ, ਯਾਨੀ ਪ੍ਰਪੋਜ਼ਲ ਜਾਊਗੀ, ਸਰਕਾਰ ਦੇਖੂ। ਤੇ ਮੈਨੂੰ ਗਰੇਵਾਲ ਸਾਹਿਬ ਇਹ ਵੀ ਲੱਗਦਾ ਕਿ ਜਦੋਂ ਉੱਥੇ ਪਿਛਲੇ ਸਮੇਂ 'ਚ ਹੁਣ ਕੰਮ ਕੀ ਚੱਲਦਾ ਕਿ ਪਿੰਡ ਦੇ ਵਿੱਚ ਜਾਣਾ ਹੈ ਤੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਮੰਗਿਆ ਜੀ ਨਾਲੀਆਂ ਲਈ ਚਾਹੀਦੇ, ਗਲੀਆਂ ਲਈ ਚਾਹੀਦੇ ਆ, ਸ਼ਮਸ਼ਾਨ ਘਾਟ ਲਈ ਚਾਹੀਦੇ। ਅਗਲਾ ਕਹਿੰਦਾ ਜੀ ਵੋਟਾਂ ਮੈਂ ਪੈਸੇ ਦੇ ਦੇਣਾ, ਮੇਰੇ ਕੋਲ ਇੰਨਾ ਕੁ ਫੰਡ ਹੈਗਾ। ਪਰ ਉਹ ਫਿਰ ਓਵਰਆਲ ਡਿਵੈਲਪਮੈਂਟ ਤਾਂ ਹੁੰਦੀ ਨਹੀਂ ਨਾ, ਵੀ ਜਾਨੀ ਇਹਦਾ ਮਤਲਬ ਇੱਥੇ ਸਰਕਾਰ ਦੇਖਦੀ ਹੈ ਕਿ ਭਾਈ ਆਹ ਤਰਜੀਹਾਂ ਨੇ, ਆਹ ਪ੍ਰੈਫਰੈਂਸ ਆ, ਇਸ ਪ੍ਰੋਜੈਕਟ ਦੇ ਵਿੱਚ ਅਸੀਂ ਪੈਸੇ ਲਾਉਣੇ ਆ। ਹਾਂ, ਜੇ MLA ਕਹੇ ਕਿ ਮੇਰੇ ਹਲਕੇ ਦੀ ਲੋੜ ਆ, ਫਿਰ ਉਹ ਸ਼ਾਇਦ ਉੱਤੇ ਵਿਚਾਰ ਕਰਦੇ ਹੋ। ਬਿਲਕੁਲ ਇਦਾਂ ਦਾ ਕੰਮ ਹੈ। ਹਾਂਜੀ ਬਿਲਕੁਲ। ਅੱਛਾ, ਇੱਕ ਗਰੇਵਾਲ ਸਾਹਿਬ ਬਦਲੀਆਂ ਦਾ ਦੱਸਿਓ। ਹਾਂਜੀ, ਮੰਨ ਲਓ ਕਿ MP ਆ ਬੰਦਾ ਜਾਂ MLA ਆ ਇੱਥੇ ਦਾ, ਕਿਉਂਕਿ ਉੱਥੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਾਲ ਬਾਅਦ ਅਧਿਆਪਕਾਂ ਦੀਆਂ ਬਦਲੀਆਂ ਹੋਣੀਆਂ, ਪਟਵਾਰੀ ਸਾਹਿਬ ਬਦਲਣੇ ਆ, ਤਹਿਸੀਲਦਾਰ ਸਾਹਿਬ ਲਾਉਣੇ ਆ ਥਾਣੇ ਦੇ ਵਿੱਚ। ਇੱਥੇ ਕਿੰਨਾ ਕੁ ਵਧੀਆ ਕੰਮ ਹੈ, ਜਾਨੀ ਇੱਕ ਟੈਲੀਫੋਨ ਦੇ ਉੱਤੇ ਕਿੰਨੀਆਂ ਕੁ ਬਦਲੀਆਂ ਹੋ ਜਾਂਦੀਆਂ? ਇੱਥੇ ਜਿਹੜੇ MLA MPs ਨੇ ਉਹ ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ 'ਚ ਇੰਟਰਫੀਅਰ ਨਹੀਂ ਕਰਦੇ, ਉਹਨਾਂ ਦੀ ਡਾਇਰੈਕਟ ਇਨਵੋਲਵਮੈਂਟ ਬਿਲਕੁਲ ਨਹੀਂ ਹੈ। ਈਵਨ ਜੇ ਕਾਗਜ਼ਾਂ 'ਚ ਤਾਂ ਗਰੇਵਾਲ ਸਾਹਿਬ ਉੱਥੇ ਵੀ ਨਹੀਂ ਕਰਦੇ। ਹਾਂ, ਪਰ ਇੱਥੇ ਅਦਰਵਾਈਜ਼ ਵੀ ਨਹੀਂ ਕਰਦੇ। ਅੱਛਾ, ਪ੍ਰੈਕਟੀਕਲੀ ਵੀ ਨਹੀਂ ਕਰਦੇ। ਉੱਥੇ ਥਿਉਰੀ ਤੇ ਪ੍ਰੈਕਟੀਕਲ 'ਚ ਥੋੜਾ ਜ਼ਿਆਦਾ ਫਰਕ ਹੈ, ਇੱਥੇ ਥਿਉਰੀ ਤੇ ਪ੍ਰੈਕਟੀਕਲ 'ਚ ਫਰਕ ਘੱਟ ਹੈ। ਤੇ ਇੱਥੇ ਜਿਹੜੇ MLA MPs ਨੇ ਕਿਸੇ ਦੀ ਬਦਲੀ ਕਰਾਉਣੀ ਹੈ, ਕਿਸੇ ਦੀ ਜੌਬ ਦੀ ਅਪਾਇੰਟਮੈਂਟ ਕਰਾਉਣੀ ਹੈ, ਜਾਂ ਕਿਸੇ ਨੂੰ ਕੋਈ ਛਡਾਉਣਾ ਵਾ ਫੜੇ ਹੋਏ ਨੂੰ, ਤਾਂ ਉਹ ਜਾਂ ਕੋਈ ਟਿਕਟ ਮਿਲ ਰਿਹਾ, ਤੁਸੀਂ ਫੋਨ ਕਰ ਦਿਓ ਜੀ ਮੈਂ ਫਲਾਣੇ ਦਾ ਫਲਾਨਾ, ਤੇ ਤੁਹਾਨੂੰ ਪੁਲਿਸ ਵਾਲੇ ਵੀ ਛੱਡ ਦਿੰਦੇ ਨੇ ਸੜਕ ਦੇ ਨਾਲ ਜੇ ਟਿਕਟ ਮਿਲ ਰਿਹਾ। ਇੱਥੇ MLA MPs ਨੂੰ ਵੀ ਟਿਕਟ ਦੇ ਜਾਂਦੇ ਨੇ ਪੁਲਿਸ ਵਾਲੇ। ਅੱਛਾ ਜੀ। ਤੇ ਇੱਕ ਗਵਰਨਮੈਂਟ ਦੇ ਵਿੱਚ ਜਿਹੜੇ ਐਡਮਿਨਿਸਟ੍ਰੇਸ਼ਨ 'ਚ ਇੰਟਰਫੀਅਰੈਂਸ ਹੈ ਉਹ ਬਿਲਕੁਲ ਨਹੀਂ ਹੈ। ਅੱਛਾ ਗਰੇਵਾਲ ਸਾਹਿਬ, ਤਕਰੀਬਨ ਆਖਰੀ ਸਵਾਲ ਹੈ। ਹਾਂਜੀ। ਆਮ ਲੋਕ MLA ਨੂੰ ਸਵਾਲ ਪੁੱਛ ਸਕਦੇ ਆ ਚਿੱਠੀ ਪਾ ਕੇ, ਟੈਲੀਫੋਨ ਦੇ ਉੱਤੇ, ਕਿਸੇ ਤਰੀਕੇ? ਕਿਉਂਕਿ ਰੀਕਾਲ ਦਾ ਸਿਸਟਮ ਤਾਂ ਮੇਰੇ ਖਿਆਲ ਇੱਥੇ ਹੋਣਾ ਨਹੀਂ ਹੈਗਾ ਕਿ ਇੰਨੇ % ਜੇ ਰਾਈਡਿੰਗ ਦੇ ਵੋਟਰ ਕਹਿਣ ਹਲਕੇ ਦੇ ਕਿ ਭਾਈ ਸਾਡਾ MLA ਜਾਂ MP ਚੰਗਾ ਨਹੀਂ, ਇਹਨੂੰ ਅੱਧ 'ਚੋਂ ਵਾਪਸ ਲਾਉਣਾ, ਇਦਾਂ ਦਾ ਸਿਸਟਮ ਤਾਂ ਨਹੀਂ ਹੋਣਾ? ਨਹੀਂ, ਇਦਾਂ ਦਾ ਹੈ ਜੀ, ਇਦਾਂ ਦਾ ਹੈ। ਉਹਦੀ ਲੈਜਿਸਲੇਚਰ ਨੇ ਤੁਹਾਨੂੰ ਮਤਲਬ ਸਰਟਨ ਨੰਬਰ ਆਫ ਸਿਗਨੇਚਰਸ ਦੇ ਕਰਕੇ ਦੇਣੇ ਪੈਂਦੇ ਆ। ਅੱਛਾ ਜੀ। ਤੇ ਉਹਦੇ 'ਚ MLA ਨੂੰ ਜਾਂ MP ਨੂੰ ਰੀਕਾਲ ਕੀਤਾ ਜਾ ਸਕਦਾ, ਤੇ ਕਈ ਵਾਰੀ ਇਦਾਂ ਇਹ ਅਟੈਂਪਟ ਹੋਈਆਂ ਵੀ ਨੇ। ਅੱਛਾ ਜੀ। ਤੇ ਪਰ ਉਹਦੇ 'ਚ ਨੰਬਰ ਇੰਨਾ ਕੁ ਗਿਣਤੀ ਜ਼ਿਆਦਾ ਹੈ ਕਿ ਉਹ ਰੀਕਾਲ ਹੈ ਜਿਹੜੀ ਪ੍ਰੈਕਟੀਕਲੀ ਡਿਫੀਕਲਟ ਹੁੰਦੀ ਹੈ ਕਰਨ ਦੇ ਲਈ। ਇੰਪੋਸੀਬਲ ਤਾਂ ਨਹੀਂ, ਪਰ ਡਿਫੀਕਲਟ। ਹਾਂ, ਪਰ ਜਿਹੜੇ ਸਵਾਲ ਪੁੱਛਣੇ ਨੇ ਉਹ ਲੋਕ ਪੁੱਛ ਸਕਦੇ ਨੇ, ਕਿਉਂਕਿ ਜਦੋਂ ਮੈਂ MP ਸੀਗਾ ਮੈਂ ਟਾਊਨ ਹਾਲ ਮੀਟਿੰਗ ਕਰਦਾ ਸੀ, ਆਮ ਪਬਲਿਕ ਨੂੰ ਅਖਬਾਰ 'ਚ ਐਡ ਪਾ ਕੇ ਸੱਦਾ ਦਿੱਤਾ ਜਾਂਦਾ ਸੀ, ਜਾਂ ਨਿਊਜ਼ ਲੈਟਰ ਭੇਜ ਕੇ ਜਦੋਂ ਭੇਜਦੇ ਉਹ 'ਚ ਵੀ ਲਿਖਿਆ ਜਾਂਦਾ ਸੀਗਾ ਕਿ ਮੇਰੀ ਇੰਨੀ ਤਰੀਕ ਨੂੰ ਟਾਊਨ ਹਾਲ ਮੀਟਿੰਗ ਹੈ,
ਕੋਈ ਵੀ ਉਹਦੇ 'ਚ ਆ ਸਕਦਾ। ਲੋਕ ਆਉਂਦੇ ਸੀ ਤੇ ਲੋਕ ਤੁਹਾਡੇ ਮੂੰਹ ਦੇ ਉੱਤੇ ਖੜ੍ਹ ਕੇ ਸਿੱਧੇ ਸਵਾਲ ਪੁੱਛਦੇ ਸੀਗੇ, ਤੁਸੀਂ ਕੀਤਾ ਕੀ ਆ, ਇਸ ਇਸ਼ੂ ਤੇ ਤੁਹਾਡੀ ਕੀ ਪੋਜੀਸ਼ਨ ਹੈ, ਤੁਸੀਂ ਇਸ ਇਸ਼ੂ ਤੇ ਵੋਟ ਇੱਦਾਂ ਕਿਉਂ ਪਾਈ ਹੈ ਜੀ। ਤੇ ਇਹੋ ਜਿਹੇ ਕੰਮ, ਜਾਂ ਉਹਦੇ ਕੇਸ ਵਰਕ ਦੇ ਲਈ ਵੀ ਲੋਕ ਆ ਜਾਂਦੇ ਨੇ ਕਿ ਮੇਰਾ ਫਲਾਨੀ ਗਵਰਨਮੈਂਟ ਦੇ ਵਿੱਚ ਆਹ ਪ੍ਰੋਬਲਮ ਹੈ ਤੇ ਇਸ ਨੂੰ ਹੱਲ ਕਰਨ ਦੇ ਵਿੱਚ ਮੇਰੀ ਮਦਦ ਕਰੋ, ਬਿਊਰੋਕਰੈਟ ਕਰ ਨਹੀਂ ਰਹੇ ਜੀ। ਫਿਰ ਤੁਸੀਂ ਚਿੱਠੀ ਲਿਖ ਕੇ ਉਹਦੇ 'ਚ ਕੰਮ ਕਰ ਸਕਦੇ ਹੋ। ਪਰ ਇੰਡੀਆ ਵਾਂਗੂ ਫੋਨ ਕਰਕੇ ਇਹਨੂੰ ਛੱਡ ਦਿਓ, ਇਹਨੂੰ ਫੜ ਲਓ, ਇਹ ਤੇ ਕੇਸ ਪਾ ਦਿਓ, ਇਹ ਤੇ ਆਹ ਕਰ ਦਿਓ, ਇਦਾਂ ਨਹੀਂ ਕਰ ਸਕਦੇ। ਨਹੀਂ, ਚਿੱਠੀ ਲਿਖ ਕੇ ਤੋਂ ਭਾਵ ਕਿ ਉਹਦੇ ਵਿੱਚ ਚਿੱਠੀ ਇਹ ਲਿਖਣੀ ਕਿ ਮੇਰਾ ਬੰਦਾ, ਮੇਰੀ ਪਾਰਟੀ ਦਾ ਬੰਦਾ, ਮੇਰਾ ਜਾਣਕਾਰ ਬੰਦਾ, ਮੇਰਾ ਰਿਸ਼ਤੇਦਾਰ ਬੰਦਾ, ਇਹਦਾ ਕੰਮ ਜ਼ਰੂਰ ਕਰੋ ਕਿ ਕਾਨੂੰਨ ਮੁਤਾਬਕ ਕਰੋ। ਉਹਦੇ 'ਚ ਇਦਾਂ ਹੁੰਦਾ ਕਿ ਜੇ ਤੁਸੀਂ ਲੈਟਸ ਸੇ ਕਿ ਤੁਹਾਨੂੰ ਕੋਈ ਕੇਸ ਤੁਹਾਡੇ ਕੋਲੇ ਆਇਆ, ਤੁਸੀਂ ਕੇਸ ਨੂੰ ਐਨਾਲਾਈਜ਼ ਕਰਦੇ ਆ, ਜੇ ਕੋਈ ਚੀਜ਼ ਅੱਖੋਂ ਪਰੋਖੇ ਅੱਖੋਂ ਉਹਲੇ ਰਹਿ ਗਈ ਤਾਂ ਤੁਸੀਂ ਉਹਨੂੰ ਹਾਈਲਾਈਟ ਕਰਦੇ ਹੋ ਤੇ ਫਿਰ ਉਹ ਲੈਟਰ ਹੈ ਜਿਹੜਾ ਤੁਸੀਂ ਗਵਰਨਮੈਂਟ ਦੇ ਡਿਪਾਰਟਮੈਂਟ ਨੂੰ ਭੇਜਦੇ ਹੋ ਜੀ। ਤੇ ਗਵਰਨਮੈਂਟ ਦਾ ਜਿਹੜਾ ਮਿਨਿਸਟਰੀ ਦਾ ਹੈਗੀ ਕੋਈ, ਉਹ ਫਿਰ ਗਾਹਾਂ ਫਰਦਰ ਉਹ ਤੇ ਐਕਸ਼ਨ ਲੈਂਦੇ ਨੇ। ਤੁਸੀਂ ਕਿਸੇ ਇੰਡੀਵਿਜੂਅਲ ਡਿਪਾਰਟਮੈਂਟ ਦੇ ਹੈੱਡ ਨੂੰ ਸਿੱਧੀ ਚਿੱਠੀ ਨਹੀਂ ਲਿਖਦੇ ਜੀ। ਗਰੇਵਾਲ ਸਾਹਿਬ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਇਹ ਸਨ ਡਾਕਟਰ ਗੁਰਮੰਤ ਗਰੇਵਾਲ, ਕਈ ਵਾਰ ਦੇ ਮੈਂਬਰ ਪਾਰਲੀਮੈਂਟ ਤੇ ਬਹੁਤ ਸਾਰੇ ਅਹੁਦੇ ਸੀ। ਪਿਛਲੇ ਪ੍ਰੋਗਰਾਮਾਂ 'ਚ ਆਪਾਂ ਦੱਸ ਚੁੱਕੇ ਹਾਂ, ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ 3 4 5 6 7 ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ। ਪਹਿਲੀ ਗੱਲ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ, ਤੁਹਾਡੇ ਕੋਲੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਆਉਣਾ, ਸਾਰੇ ਹੀ ਸਤਿਕਾਰਯੋਗ ਨੇ, ਸਾਰੇ ਹੀ ਵਧੀਆ ਸੂਝਵਾਨ, ਪੜ੍ਹੇ ਲਿਖੇ, ਸਿਆਣੇ। ਹੁਣ ਬਹੁਤ ਸਾਰੀਆਂ ਗੱਲਾਂ ਹੋਰ ਪੁੱਛੀਆਂ ਜਾ ਸਕਦੀਆਂ ਸੀ, ਪਰ ਮੈਨੂੰ ਸੀ ਵੀ ਜਿੰਨੀਆਂ ਕਿ ਚੇਤੇ ਰਹਿ ਸਕਦੀਆਂ। ਪਹਿਲੀ ਗੱਲ ਕਿ ਇੱਥੇ MLA ਨੂੰ ਕਾਰ ਨਹੀਂ ਮਿਲਦੀ, ਇੱਥੇ ਵਿਧਾਇਕ ਨੂੰ ਘਰ ਨਹੀਂ ਮਿਲਦਾ, ਇੱਥੇ ਵਿਧਾਇਕ ਨੂੰ ਗਨਮੈਨ ਨਹੀਂ ਮਿਲਦੇ, ਉਦੋਂ ਤੱਕ ਨਹੀਂ ਮਿਲਦੇ ਜਦੋਂ ਤੱਕ ਉਹਨੂੰ ਬਹੁਤ ਵੱਡਾ ਖਤਰਾ ਨਾ ਹੋਵੇ। ਜੇ ਖਤਰਾ ਹੋਵੇ ਫਿਰ ਸਥਿਤੀਆਂ ਜਿਹੜੀਆਂ ਉਹ ਵੱਖਰੀਆਂ ਨੇ। ਪੈਨਸ਼ਨ ਵੱਖ-ਵੱਖ ਸੂਬਿਆਂ ਦੇ ਵਿੱਚ 50 55 60 ਸਾਲ ਦੇ ਹੋਣ ਤੋਂ ਬਾਅਦ ਹੀ ਮਿਲਦੀ ਹੈ। ਤੁਸੀਂ ਇੱਕ ਵਾਰੀ MLA ਬਣ ਜਾਓ ਤਾਂ ਉਹਦੇ ਤੋਂ ਬਾਅਦ ਤੁਹਾਨੂੰ ਆਪਣਾ ਕੰਮ ਕਰਨਾ ਪਊਗਾ। ਇਹਦੇ ਤੋਂ ਇਲਾਵਾ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕਿਸੇ ਪਿੰਡ 'ਚ ਗਏ ਜੀ, ਉੱਥੇ ਕਿਸੇ ਨੇ ਕਹਿਤਾ ਜੀ ਸਾਡੀ ਬੀਹੀ ਬਣਾਉਣੀ ਹੈ, ਇੱਥੇ ਖੜੰਜਾ ਲਾ ਦਿਓ, ਇੱਥੇ ਬਜਰੀ ਵਾਲੀ ਸੜਕ, ਇੱਦਾਂ ਨਹੀਂ ਹੈ। ਨਾ ਹੀ ਬਦਲੀਆਂ ਕਰਾਈਆਂ ਜਾ ਸਕਦੀਆਂ। ਲਾਲ ਬੱਤੀ ਹੂਟਰ ਵਾਲਾ ਕਲਚਰ ਹੈ ਨਹੀਂ। ਜੇ ਸਰਕਾਰੀ ਕੰਮ ਜਾਣਾ ਤਾਂ ਪੈਸੇ ਕਲੇਮ ਕੀਤੇ ਜਾ ਸਕਦੇ ਆ। ਮੈਂ ਟੈਕਸੀ ਤੇ ਗਿਆ, ਮੈਂ ਉੱਥੇ ਰਾਤ ਰਿਹਾ, ਪਰ ਉਹ ਸਰਕਾਰੀ ਕੰਮ ਦੇ ਲਈ। ਕੀ ਪੰਜਾਬ ਦੀ ਵਿਧਾਨ ਸਭਾ ਚੋਣ ਦੇ ਵਿੱਚ ਇਹ ਮੁੱਦੇ ਨਹੀਂ ਉੱਭਰਨੇ ਚਾਹੀਦੇ? ਜੇ ਸਾਡੇ ਕੋਲੇ 80-81% ਇਸ ਵਾਰੀ ਦੇ ਵਿਧਾਇਕ ਕਰੋੜਪਤੀ ਨੇ, ਤਾਂ ਕੀ ਉਹਨਾਂ ਨੂੰ ਬਿਜਲੀ ਦੇ ਮੋਟਰਾਂ ਦੇ, ਖੇਤੀ ਦੇ ਬਿੱਲ ਨਹੀਂ ਦੇਣੇ ਚਾਹੀਦੇ? ਕੀ ਉਹਨਾਂ ਨੂੰ ਇਨਕਮ ਟੈਕਸ, ਲੋਕਾਂ ਦੇ ਟੈਕਸ ਦੇ ਪੈਸੇ ਜਿਹੜਾ ਜਾਂਦਾ ਕਰੋੜਾਂ ਰੁਪਈਆ ਸਾਲ ਦਾ, ਕੀ ਉਹਨਾਂ ਨੂੰ ਖੁਦ ਨਹੀਂ ਦੇਣਾ ਚਾਹੀਦਾ? ਜੇ ਉਹ ਕਹਿੰਦੇ ਨੇ ਕਿ ਭਾਈ ਅਸੀਂ ਸੇਵਾ ਕਰਨ ਆਏ ਹਾਂ, ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ, ਰੱਬ ਨੇ, ਕੁਦਰਤ ਨੇ ਬਹੁਤ ਕੁਝ ਦਿੱਤਾ, ਤਾਂ ਕੀ ਡਰਾਈਵਰ ਸਰਕਾਰੀ ਛੱਡ ਨਹੀਂ ਦੇਣਾ ਚਾਹੀਦਾ? ਸਰਕਾਰੀ ਗੱਡੀ, ਸਰਕਾਰੀ ਤੇਲ ਥੋੜ੍ਹਾ ਜਿਹਾ ਛੱਡ ਨਹੀਂ ਦੇਣਾ ਚਾਹੀਦਾ? ਜਾਂ ਘੱਟੋ ਘੱਟ ਗੈਰ ਸਰਕਾਰੀ ਕੰਮਾਂ ਲਈ ਤਾਂ ਨਾ ਵਰਤਿਆ ਜਾਵੇ। ਜੇ ਕਿਸੇ ਗੱਲ ਦੇ ਨਾਲ ਅਸਹਿਮਤੀ ਹੈ, ਕੋਈ ਗੱਲ ਅੱਗੇ ਪਿੱਛੇ ਹੋ ਗਈ ਹੈ, ਤਾਂ ਤੁਸੀਂ ਟਿੱਪਣੀਆਂ ਕਰ ਦਿਓ। ਪਰ ਮੈਨੂੰ ਇੰਨਾ ਪਤਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਣਾ। ਇੱਥੇ ਹੀ ਗੁਰਮੰਤ ਗਰੇਵਾਲ ਜੀ ਨੂੰ ਤੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।